नहीं शुरू कर लगे हैं जी। चलो ठीक है, कोई गल नहीं। हाँ हाँ तो ਆਪਾਂ 829 ਅੰਗ ਤੋਂ ਗਿਆਨ ਸ਼ੁਰੂ ਕਰਨ ਲੱਗੇ ਹਾਂ ਜੀ। ਮਹਾਰਾਜ ਮਿਹਰ ਕਰਨ। ਇਹ ਆਪੇ ਮੇਲ ਲਏ ਪੰਜਵੀਂ ਪਾਤਸ਼ਾਹੀ ਦੇ ਸ਼ਬਦ ਲੈ ਰਹੇ ਹਾਂ। ਔਰ ਇਹ ਲੜੀ ਦੇ 2 ਸ਼ਬਦ ਹੈਗੇ ਆ। ਇਹ 2 ਸ਼ਬਦਾਂ ਦੇ ਵਿੱਚ ਗਿਆਨ ਪੂਰਾ ਹੁੰਦਾ ਹੈ, ਜੋ ਮੈਸੇਜ ਮਹਾਰਾਜ ਦੇਣਾ ਚਾਹੁੰਦੇ ਆ। ਰਾਗ ਬਿਲਾਵਲ ਮਹੱਲਾ 5ਵਾਂ ਦੁੱਪ ਦੇ 2 ਪਦੇ ਹੈਗੇ ਇਹਦੇ ਸ਼ਬਦ ਦੇ। ਘਰ 9ਵਾਂ। ਇਹ 9 ਵਾਰੀ 9 ਘਰ ਇੱਕ ਪਦੇ ਦੇ ਵਿੱਚ 9 ਵਾਰੀ ਵਿਸ਼ਰਾਮ ਲੈਣਾ ਪਊਗਾ। 8 ਵਾਰੀ ਵਿਸ਼ਰਾਮ ਲਗਾਵਾਂਗੇ ਅਤੇ 9 ਘਰ ਬਣ ਜਾਣਗੇ। ਇੱਕ ਓਂਕਾਰ ਸਤਿਗੁਰ ਪ੍ਰਸਾਦ। आपे मेल लय जपते शरण गही, जपते शरण तुम्हारी आए, तपते दुख गए। रहाओ। आजो जनरल साहब असीं शुरू करन लगे हैं जी। आपे मेल लय जपते शरण तुम्हारी आए, तपते दुख गए। रहाओ। देखो बाणी की कह रही है भी आपे मेल है, मिलाया परमात्मा ने मिलाना हैगा। किस तरह मिलाया? जब ते शरण तुम्हारी आए तब ते दुख गए। कहते शरण च आउणा पऊगा, मालक परमात्मा की शरण दे विच आउणा पऊगा। मालक जिहड़े हैगे परमात्मा जिहड़ा हैगा उन्हें गुरु जिहड़े हैगे ब्रह्म ज्ञानी जिहड़े हैगे ਉਹ ਜਿਹੜੇ ਹੈਗੇ ਉਹ ਦੱਸਦੇ ਆ ਭਾਈ ਉਹਨਾਂ ਤੋਂ ਸ਼ਰਨ ਆਉਣਾ ਜਿਹੜਾ ਹੈਗਾ ਇੱਕ ਪੂਰੀ ਟੋਟਲ ਪ੍ਰੋਸੀਜਰ ਹੈਗੀ ਆ। ਗਿਆਨ ਲੈਣਾ, ਬ੍ਰਹਮ ਗਿਆਨ ਲੈਣਾ, ਬ੍ਰਹਮ ਗਿਆਨੀ ਤੋਂ ਬ੍ਰਹਮ ਗਿਆਨ ਲੈਣਾ ਵੀ ਭਗਤੀ ਕਿਵੇਂ ਕਰਨੀ ਆ, ਭਗਤੀ ਕਿਵੇਂ ਕਰਨੀ ਆ, ਅੰਦਰ ਆਪਣੇ ਜਿਹੜਾ ਹੈਗਾ ਮਨ ਦੇ ਨਾਲ ਭਗਤੀ ਕਿਵੇਂ ਕਰਨੀ ਆ, ਤਨ ਦੇ ਨਾਲ ਨਹੀਂ ਮਨ ਦੇ ਨਾਲ। ਇਹ ਬੁੱਧੀ ਦੇ ਨਾਲ ਭਗਤੀ ਕਰਨੀ ਆ, ਬੁੱਧੀ ਯੂਜ਼ ਕਰਨੀ ਹੈ ਇੱਥੇ। ਗਿਆਨ ਲੈਣ ਵਾਸਤੇ ਬੁੱਧੀ ਆਪਣੀ ਯੂਜ਼ ਕਰਨੀ ਹੈ ਆਪਾਂ ਨੇ ਇਹ, ਕਿਉਂਕਿ ਤਾਂ ਜਿਹੜਾ ਹੈਗਾ ਉਹ ਬ੍ਰਹਮ ਗਿਆਨ ਜਿਹੜਾ ਹੈਗਾ ਉਹ ਆਪਣੇ ਅੰਦਰ ਵਸੂਗਾ ਭਾਈ। ਕਿਉਂਕਿ ਉਹ ਬ੍ਰਹਮ ਗਿਆਨ ਜਿਹੜਾ ਹੈਗਾ ਉਹ ਸਪਿਰਿਚੁਅਲ ਗਿਆਨ ਹੈ, ਚੌਥੇ ਪਦ ਦਾ ਗਿਆਨ ਹੈ। ਇਹ ਆਪਾਂ ਜਿਹੜੇ ਹੈਗੇ ਆਪਾਂ ਕਲਟੀਵੇਟਡ ਹੈਗੇ ਆ। ਇਹ ਆਪਾਂ 3 ਗੁਣੀ ਮਾਇਆ ਦਾ ਗਿਆਨ ਲੈਣ ਵਾਸਤੇ, 3 ਗੁਣੀ ਜੋ ਆਕਾਰ ਰਚਨਾ ਜੋ ਦਿਸ ਰਿਹਾ ਹੈ ਪਦਾਰਥ, ਉਹਦਾ ਗਿਆਨ ਲੈਣ ਵਾਸਤੇ ਆਪਾਂ ਕਲਟੀਵੇਟਡ ਹੈਗੇ ਆ। ਆਪਾਂ ਬ੍ਰਹਮ ਗਿਆਨ ਲੈਣ ਵਾਸਤੇ ਜਿਹੜਾ ਹੈਗਾ ਆਪਣਾ ਮਨ ਮੰਨੂਗਾ ਨਹੀਂ। ਉੱਥੇ ਫਿਰ ਉਹ ਤਾਂ ਮਨ ਤਾਂ ਚਾਹੁੰਦਾ ਹੈ ਮੈਨੂੰ ਇਹ ਪ੍ਰੈਕਟੀਕਲੀ ਮੈਨੂੰ ਜਿਹੜਾ ਹੈਗਾ ਕੋਈ ਨਾ ਕੋਈ ਸਾਹਮਣੇ ਮੈਨੂੰ ਐਗਜ਼ਾਮਪਲ ਦੱਸੋ ਦੁਨੀਆ ਦੇ ਵਿੱਚ ਜੋ ਹੈ। ਇੱਥੇ ਜਿਹੜੇ ਹੈਗੇ ਆਪਾਂ ਬਸ ਇਸ ਕਰਕੇ ਮਹਾਰਾਜ ਕਹਿੰਦੇ ਬੁੱਧੀ ਯੂਜ਼ ਕਰ ਪਿਆਰਿਆ। ਮਾਫ ਕਰਨਾ ਜੀ, ਅੱਜ ਤਾਂ ਪਹਿਲਾਂ ਹੀ ਗਲਾ ਬੰਦ ਹੋਇਆ ਪਿਆ ਪੂਰਾ। आपे मेल लए जब ते शरण तुम्हारी आए तब ते दुख गए। शरण च आउणा है मालक परमात्मा दी, क्योंकि ਆਪਾਂ ਜਿਹੜੇ ਹੈਗੇ ਇਹ 3 ਗੁਣੀ ਮਾਇਆ ਤੋਂ ਉੱਪਰ ਉੱਠਣਾ ਚਾਹੁੰਦੇ ਹਾਂ। ਇਹ 3 ਗੁਣੀ ਮਾਇਆ ਜਿਹੜੀ ਹੈ ਇਹਦੇ ਪਿੱਛੇ ਕੀ ਹੈਗਾ, ਇਹਦੇ ਪਿੱਛੇ ਕੌਣ ਹੈਗਾ, ਮੇਰੇ ਅੰਦਰ ਕੌਣ ਬੋਲ ਰਿਹਾ ਆ, ਉਹਦੇ ਵੱਲ ਜਾਣਾ ਚਾਹੁੰਦੇ ਹਾਂ ਆਪਾਂ। ਉਹਦੇ ਵੱਲ ਜਾਣ ਵਾਸਤੇ ਜਿਹੜਾ ਹੈਗਾ ਇਹ ਸਾਰਾ ਦਾ ਸਾਰਾ ਪ੍ਰੋਸੀਜਰ ਹੈਗਾ। ਗੁਰੂ ਤੋਂ ਮੱਤ ਲੈਣੀ, ਕਿਵੇਂ ਭਗਤੀ ਕਰਨੀ ਹੈ, ਕਿਵੇਂ ਮਨ ਖੜਾ ਕਰਨਾ ਹੈ, ਕਿਵੇਂ ਆਪਣੇ ਵਿਚਾਰ ਜਿਹੜੇ ਹੈਗੇ ਦੇਖਣੇ। ਵਿਚਾਰ ਕੀ ਹੈਗੇ? ਇਹੀ ਤਾਂ ਆਪਣੇ ਜਿਹੜੇ ਹੈਗੇ ਮੈਲ ਹੈਗੀ ਆ, ਇਹੀ ਤਾਂ ਅਵਗੁਣ ਹੈਗੇ ਆ। ਔਰ ਕਿਵੇਂ ਇਹਨਾਂ ਨੂੰ ਜਿਹੜਾ ਹੈਗਾ ਡਰੋਪ ਕਰਨਾ ਹੈ। ਡਰੋਪ ਕਰਨਾ ਮਤਲਬ ਝਾੜੂ ਲਾਉਣਾ ਹੈ ਕਿਵੇਂ। ਆਹ ਧਿਆਨ ਸਿਮਰਨ ਹੈਗਾ। ਧਿਆਨ ਰੱਖਣਾ ਪਾਏ। ਇਹ ਚੋਰਾਂ ਦਾ ਧਿਆਨ ਰੱਖਣਾ ਹੈ। ਹੌਲੀ ਹੌਲੀ ਮਾਇਆ ਜਿਹੜੀ ਹੈ ਇਹਨੇ ਸੁੱਟੀ ਜਾਣੇ ਆ ਵਿਚਾਰ। ਆਹ ਭਗਤੀ ਹੈਗੀ ਆ। ਇਸ ਤਰੀਕੇ ਦੇ ਨਾਲ ਉਹ ਪਰਮਾਤਮਾ ਮਿਲਾਉਂਦਾ ਹੈਗਾ। ਆਪੇ ਮੇਲ ਲਏ। ਦੇਖੋ ਗੱਲ ਤਾਂ ਛੋਟੀ ਜਿਹੀ ਕਹਿਤੀ ਮਹਾਰਾਜ ਨੇ ਤਿੰਨ ਸ਼ਬਦਾਂ ਦੇ ਵਿੱਚ, ਪਰ ਇਹਦੇ ਪਿੱਛੇ ਜਿਹੜਾ ਹੈਗਾ ਪੂਰੀ ਦੀ ਪੂਰੀ ਜਿਹੜੀ ਹੈਗੀ ਸਾਰੀ ਦੀ ਸਾਰੀ ਸਾਰੀ ਦੀ ਸਾਰੀ ਕਾਰਵਾਈ ਪਈ ਹੋਈ ਹੈ। ਆਪੇ ਮੇਲ ਲਏ
ਜਬ ਤੇ ਸ਼ਰਨ ਤੁਮਾਰੀ ਆਏ ਤਬ ਤੇ ਦੁੱਖ ਗਏ। ਬਸ ਕਹਿੰਦੇ ਸ਼ਰਨ 'ਚ ਆ ਗਿਆ, ਤੂੰ ਸ਼ੁਰੂ ਕਰਤੀ ਭਗਤੀ, ਤੇ ਦੇਖ ਲੈ ਤੇਰੇ ਅੰਦਰ ਜਿਹੜਾ ਹੈਗਾ, ਤੇਰੇ ਅੰਦਰੋਂ ਸਫਾਈ ਹੋਣੀ ਲਾਜ਼ਮੀ ਆ, ਤੈਨੂੰ ਚੰਗਾ ਲੱਗਣਾ ਲਾਜ਼ਮੀ ਆ, ਤੈਨੂੰ ਖੁਸ਼ੀ ਆਉਣੀ ਲਾਜ਼ਮੀ ਹੈਗੀ, ਤੇਰੇ ਅੰਦਰ ਸ਼ਾਂਤੀ ਆਉਣੀ ਲਾਜ਼ਮੀ ਹੈਗੀ ਆ। ਜਬ ਤੇ ਸ਼ਰਨ ਤੁਮਾਰੀ ਆਏ, ਸ਼ਰਨ 'ਚ ਆ ਗਿਆ ਬਈ। ਸ਼ਰਨ 'ਚ ਆਉਣਾ ਕੀ ਆ ਬਈ? ਮੰਨ ਲਿਆ ਪਾਏ ਮੈਂ ਮਾਲਕ ਪਰਮਾਤਮਾ ਦਾ ਆਸਰਾ ਜਿਹੜਾ ਹੈਗਾ ਬਈ ਆਹੀ ਹੈ ਜਿਸ ਸੰਸਾਰ ਬਣਾਉਣ ਵਾਲਾ, ਇਹ ਸਭ ਤੋਂ ਉੱਪਰ ਹੈ, ਸੁਪਰੀਮ ਹੈਗਾ, ਸਾਰਿਆਂ ਦਾ ਰਾਜਾ ਮਹਾਰਾਜਾ। ਕਹਿੰਦੇ ਇਹਦਾ ਜਿਹੜਾ ਹੈਗਾ ਮੈਂ ਇਹਦੀ ਸ਼ਰਨ ਦੇ ਵਿੱਚ ਆ ਗਿਆ। ਜਬ ਤੇ ਸ਼ਰਨ ਤੁਮਾਰੀ ਆਏ ਤਬ ਤੇ ਦੁੱਖ ਗਏ। ਉਦੋਂ ਦੇ ਜਿਹੜੇ ਹੈਗੇ ਆ ਕਹਿੰਦੇ ਬਸ ਇਹ ਦੁੱਖ ਜਿਹੜੇ ਕਾਮ ਕ੍ਰੋਧ ਲੋਭ ਅਹੰਕਾਰ ਜਿਹੜੇ ਇਹ ਦੁੱਖ ਹੀ ਜਿਹੜੇ ਸੀ, ਦੁੱਖ ਦਿੰਦੇ ਸੀ ਜਿਹੜੇ, ਕਹਿੰਦੇ ਇਹਨਾਂ ਦੀ ਜਿਹੜੀ ਹੈਗੀ ਘਟਣੀ ਸ਼ੁਰੂ ਹੋ ਗਈ। ਪਹਿਲਾਂ ਇਹਨਾਂ ਦੀ ਚੱਲਦੀ ਸੀਗੀ, ਚੋਗਾ ਸੁੱਟ ਦਿੰਦੇ ਸੀਗੇ ਔਰ ਪਿੱਛੋਂ ਬਹੁਤ ਵੱਡਾ ਦੁੱਖ ਦਿੰਦੇ ਸੀਗੇ। जब ते शरण तुम्हारी आए तब ते दुख गए रहाओ। तज अभिमान और चिंत बिरानी साधे शरण पए। ਹੁਣ ਆ ਦੇਖੋ ਉੱਪਰ ਮਹਾਰਾਜ ਨੇ ਪੂਰਾ ਦਾ ਪੂਰਾ ਦੱਸ ਦਿੱਤਾ ਬਈ ਜਦ ਮੈਂ ਸ਼ਿਫਟ ਹੋ ਗਿਆ, ਜਦ ਮੈਂ ਲਿਵ ਵਾਲੇ ਰਸਤੇ, ਜਦ ਮੈਂ ਭਗਤੀ ਜਿਹੜੀ ਹੈਗੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ, ਪਰਮਾਤਮਾ ਦੀ ਸ਼ਰਨ ਲੈ ਲਈ, ਤੇ ਉਦੋਂ ਦੇ ਦੁੱਖ ਗਏ। ਹੁਣ ਆ ਵਿਸਤਾਰ ਦੇ ਨਾਲ ਉਸੇ ਗੱਲ ਨੂੰ ਸਮਝਾਉਣਗੇ ਮਹਾਰਾਜ। ਤਾਜਾ ਅਭਿਮਾਨ ਔਰ ਚਿੰਤ ਬਿਰਾਨੀ, ਕਹਿੰਦੇ ਮੈਂ ਤਾਂ ਪਹਿਲਾਂ ਆਪਣੀ ਹੈਂਕੜਬਾਜੀ ਛੱਡੀ, ਹੰਕਾਰ ਜਿਹੜਾ ਸੀ ਮੇਰਾ ਉਹ ਛੱਡਿਆ, ਔਰ ਬਿਰਾਨੀ ਕਹਿੰਦੇ ਮਾਇਆ ਦੀ ਮੈਂ ਚਿੰਤਾ ਕਰਦਾ ਰਹਿੰਦਾ ਸੀਗਾ। ਇਹ ਮਾਇਆ ਜਿਹੜੀ ਹੈਗੀ ਜਿਹੜੀ ਕੁਛ ਵੀ ਜਿਹੜਾ ਚੋਗਾ ਸੁੱਟਦੀ ਸੀ ਬਸ, ਔਰ ਮੈਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ, ਇਹਦੀ ਚਿੰਤਾ, ਇਹਦੇ ਹੀ ਵਿਚਾਰ ਚੱਲਦੇ ਸੀਗੇ। ਕਹਿੰਦੇ ਪਹਿਲਾਂ ਤਾਂ ਮੈਂ ਅਭਿਮਾਨ ਛੱਡਿਆ ਔਰ ਚਿੰਤਾ ਛੱਡੀ, ਨਿਮਰਤਾ ਗਰੀਬੀ ਦੇ ਵਿੱਚ ਆਇਆ। ਤਜ ਅਭਿਮਾਨ ਔਰ ਚਿੰਤ ਬਿਰਾਨੀ ਸਾਧੇ ਸ਼ਰਨ ਪਏ। ਕਿਵੇਂ? ਆ ਸਾਧ, ਆ ਗੁਰੂ, ਆ ਬ੍ਰਹਮ ਗਿਆਨੀ, ਆਪਾਂ ਕੀ ਕਰ ਰਹੇ ਹਾਂ? ਗੁਰੂ ਦੀ ਸ਼ਰਨ 'ਚ ਜਾ ਰਹੇ ਹਾਂ। ਆ ਪੰਜਵੀਂ ਪਾਤਸ਼ਾਹੀ ਜਿਹੜੀ ਹੈਗੀ ਇਹਨਾਂ ਦੀ ਸ਼ਰਨ 'ਚ ਜਾ ਰਹੇ। ਤਜ ਅਭਿਮਾਨ ਔਰ ਚਿੰਤ ਬਿਰਾਨੀ, ਆਪਣੇ ਅੰਦਰ ਖਾਲੀ ਕਰ ਦਿੱਤਾ, ਆਪਣੀ ਬੁੱਧੀ ਪਾਸੇ ਰੱਖ ਦਿੱਤੀ, ਗੁਰੂ ਦੀ ਮੱਤ ਲਈ, ਫਿਰ ਉਹਨੂੰ ਵਿਚਾਰਿਆ ਗੁਰੂ ਦੀ ਮੱਤ ਨੂੰ, ਆਪਣੇ ਅੰਦਰ ਚੇਂਜਸ ਕੀਤੇ ਉਸ ਹਿਸਾਬ ਦੇ ਨਾਲ। ਜਪ ਜਪ ਨਾਮ ਤੁਮਾਰੋ ਪ੍ਰੀਤਮ ਤਨ ਤੇ ਰੋਗ ਖਏ। ਆ ਦੇਖੋ ਭਾਈ ਕੀ ਕਹਿ ਰਹੀ ਹੈ ਬਾਣੀ, ਕਹਿੰਦੇ ਤੇਰਾ ਨਾਮ ਜਪਣ ਦੇ ਨਾਲ, ਬਾਣੀ ਨੇ ਸਿਰਫ ਨਾਮ ਜਪਣਾ ਕਹਿਣਾ। ਨਾਮ ਜਪਣਾ ਕੀ ਹੈਗਾ? ਇਹ ਤੇ ਫਿਰ ਆਪਾਂ ਇੱਕ ਅੱਖਰ ਦੀ ਭਗਤੀ ਤੇ ਸ਼ੁਰੂ ਹੋ ਜਾਵਾਂਗੇ, ਵਾਹਿਗੁਰੂ ਵਾਹਿਗੁਰੂ ਹਰੀ ਓਮ ਅੱਲਾਹ। ਇਹਦੇ ਨਾਲ ਜਿਹੜਾ ਹੈਗਾ ਮਨ ਨੇ ਕੇਂਦਰਿਤ ਹੋਣਾ ਹੈ, ਵਿਚਾਰ ਘਟਣੇ ਆ, ਪਰ ਨਾਮ ਜਿਹੜਾ ਹੈਗਾ ਪਦਾਰਥ ਹੈਗਾ, ਔਰ ਨਾਮ ਦੇ ਵੱਲ ਜਿਹੜਾ ਹੈਗਾ ਇਹ ਜਿਹੜਾ ਹੈਗਾ ਰਾਮ ਰਾਮ ਬੋਲ ਬੋਲ ਖੋਜਤੇ ਬੜ ਭਾਗੀ, ਉਹਨੂੰ ਜਿਹੜਾ ਹੈਗਾ ਧਿਆਨ ਦੇ ਵਿੱਚ ਰੱਖਣਾ ਹੈ। ਆਪਣੇ ਨਾਮ ਦਾ ਆਪਾਂ ਨੇ ਗਤੀ, ਨਾਮ ਆਟੋਮੈਟਿਕਲੀ ਆਪਣੇ ਕੋਲ ਆ ਜਾਣਾ ਹੈ ਜਦ ਜਿਹੜਾ ਹੈਗਾ ਮਨ ਵਿਚਾਰ ਮੰਡਲ ਤੋਂ ਪਾਰ ਹੋ ਗਿਆ। ਜਦ ਆਪਣੇ ਵਿਚਾਰ, ਆਪਣਾ ਭਾਂਡਾ ਖਾਲੀ ਹੋ ਗਿਆ ਤੇ ਨੇਚਰ ਹੇਟਸ ਵੈਕਿਊਮ, ਆਟੋਮੈਟਿਕਲੀ ਨਾਮ ਨੇ ਆਪਣੇ ਅੰਦਰ ਆ ਜਾਣਾ ਹੈ। ਨਾਮ ਆ ਗਿਆ ਤੇ ਨਾਮੀ ਨੇ ਆ ਜਾਣਾ ਹੈ, ਆਪੇ ਮੇਲ ਲੈ ਹੋ ਜਾਣਾ ਹੈ। ਤਜ ਅਭਿਮਾਨ ਔਰ ਚਿੰਤ ਬਿਰਾਨੀ ਸਾਧੇ ਸ਼ਰਨ ਪਏ। ਸਾਧਾਂ ਦੀ ਸ਼ਰਨ, ਸਾਧੂਆਂ ਦੀ ਸ਼ਰਨ, ਬ੍ਰਹਮ ਗਿਆਨੀਆਂ ਦੀ, ਗੁਰੂਆਂ ਦੀ, ਉਹਨਾਂ ਦੀ ਸ਼ਰਨ 'ਚ ਚਲੇ ਗਏ ਭਾਈ। ਆਪਣਾ ਹੰਕਾਰ ਬਾਜੀ ਛੱਡ ਕੇ ਆਪਣੀ ਮੈਂ ਮੇਰੀ ਔਰ ਆਪਣੀ ਜਿਹੜੀ ਹੈਗੀ ਆਪਣੇ ਜਿਹੜੇ ਬਣਾਈ ਹੋਈ ਸੀ ਫੀਲਡ ਹੰਕਾਰ ਦੀ। ਜਪ ਜਪ ਨਾਮ ਤੁਮਹਾਰੋ ਪ੍ਰੀਤਮ ਤਨ ਤੇ ਰੋਗ ਖਏ। ਕਹਿੰਦੇ ਜਦ ਤੇਰਾ ਨਾਮ ਜਪ ਜਪ ਕੇ ਮੇਰੇ ਤਨ ਤੋਂ ਵੀ ਰੋਗ ਚਲੇ ਗਏ, ਤਨ ਦੇ ਰੋਗ ਵੀ ਚਲੇ ਗਏ। ਤਨ ਦੇ ਰੋਗ ਕੀ ਆ? ਇਹ ਗਿਆਨ ਇੰਦਰੀਆਂ, ਕਰਮ ਇੰਦਰੀਆਂ ਫਸਾ ਕੇ ਰੱਖਦੀਆਂ ਆ ਮਨ ਨੂੰ। ਕਹਿੰਦੇ ਇਹ ਰੋਗ ਖਏ ਹੋ ਗਏ। ਮਹਾਮੁਗਧ ਅਜਾਨ ਅਗਿਆਨੀ ਰਾਖੇ ਧਾਰ ਦਏ। ਕਹਿੰਦੇ ਐਸਾ ਮਾਲਕ ਪਰਮਾਤਮਾ ਨੇ ਮਿਹਰ ਕਰ ਦਿੱਤੀ, ਮੇਰੇ ਗੁਰੂ ਨੇ ਮਿਹਰ ਕਰ ਦਿੱਤੀ। ਮਹਾਮੁਗਧ, ਕਹਿੰਦੇ ਇੰਨਾ ਮਹਾਮੂਰਖ ਸੀਗਾ ਮੈਂ ਮੂਰਛਿਤ ਸੀਗਾ। ਮਾਇਆ ਨੇ ਇੰਨਾ ਮੈਂ ਇੰਨਾ ਨਸ਼ਾ ਦਵਾਇਆ ਸੀ ਇਹਨਾਂ ਨੇ, ਸਵਾਦਾਂ ਨੇ ਮੇਰੇ ਅੰਦਰ, ਕਿ ਮੈਨੂੰ ਇੱਕ ਸਕਿੰਟ ਵਾਸਤੇ ਵੀ ਜਿਹੜਾ ਇਹਨਾਂ ਤੋਂ ਫੁਰਸਤ ਨਹੀਂ ਸੀਗੀ। ਅਜਾਨ ਸੀਗਾ, ਮੈਨੂੰ ਗਿਆਨ ਹੀ ਨਹੀਂ ਸੀਗਾ, ਮੈਂ ਜਾਣਦਾ ਹੀ ਨਹੀਂ ਸੀਗਾ ਵੀ ਆ ਵੀ ਹੈਗਾ ਇਹ ਪਿੱਛੇ ਜਿਹੜਾ ਹੈਗਾ ਇਹ ਸੰਸਾਰ ਜਿਹੜਾ ਹੈਗਾ। ਮੈਂ ਤਾਂ ਸਮਝਦਾ ਸੀ ਆਹੀ ਕੁਛ ਆ, ਮੈਨੂੰ ਤਾਂ ਰੱਬ ਦਾ ਬਾਰੇ ਪਤਾ ਹੀ ਨਹੀਂ ਸੀਗਾ, ਬਿਲਕੁਲ ਅਜਾਨ ਸੀਗਾ।
ਇਹ ਜਿਹੜਾ ਹੈਗਾ ਚੌਥੇ ਪਦ ਤੋਂ ਇਹ ਜਿਹੜਾ ਹੈਗਾ ਇਹ ਨਿਰਗੁਣ। ਮੈਂ ਤਾਂ ਪੰਜਾਂ ਤੱਤਾਂ ਨੂੰ ਹੀ ਜਾਣਦਾ ਸੀਗਾ, ਇੰਨਾ ਮੈਨੂੰ ਗਿਆਨ ਹੀ ਨਹੀਂ ਸੀ, ਅਗਿਆਨੀ ਸੀਗਾ ਪੂਰਾ ਦਾ ਪੂਰਾ। ਮੈਂ ਸੱਚ ਨੂੰ ਜਿਹੜਾ ਹੈਗਾ ਇਹ ਮਾਇਆ ਨੂੰ ਹੀ ਸਾਰਾ ਕੁਝ ਸਮਝ ਕੇ ਬੈਠਾ ਹੋਇਆ ਸੀਗਾ। ਮੈਂ ਸਮਝਦਾ ਸੀ ਆਹੀ ਮਨੁੱਖ ਜੂਨ ਹੈ, ਬਸ ਆਹੀ ਹੈ ਸਾਰਾ ਕੁਝ। ਮੌਤ ਮੈਨੂੰ ਚੇਤੇ ਹੀ ਨਹੀਂ ਸੀਗੀ, ਮੈਨੂੰ ਬੁਢੇਪਾ ਚੇਤੇ ਹੀ ਨਹੀਂ ਸੀਗਾ, ਮੈਨੂੰ ਜਿਹੜਾ ਹੈਗਾ ਇਹ ਜਿਹੜਾ ਹੈਗਾ ਮੇਰੀ ਕਮਜ਼ੋਰੀ ਮੈਨੂੰ ਪਤਾ ਹੀ ਨਹੀਂ ਲੱਗਦੀ ਸੀਗੀ। ਮਹਾਮੁਗਧ ਅਜਾਨ ਅਗਿਆਨੀ ਰਾਖੇ ਤਾਰ ਦਏ, ਮੇਰੇ ਉੱਤੇ ਦਇਆ ਕਰਤੀ ਭਾਈ, ਮੈਨੂੰ ਰੱਖ ਲਿਆ ਉਸ ਮਾਲਕ ਪਰਮਾਤਮਾ ਨੇ। ਕਹੋ ਨਾਨਕ ਗੁਰ ਪੂਰਾ ਭੇਟਿਓ ਆਵਨ ਜਾਨ ਰਹੇ, ਕਹਿੰਦੇ ਮੈਨੂੰ ਪੂਰਾ ਗੁਰੂ ਮਿਲ ਗਿਆ, ਪੂਰਾ ਗੁਰੂ ਮਿਲ ਗਿਆ। ਹੁਣ ਮੇਰਾ ਜੂਨਾਂ ਦੇ ਵਿੱਚ ਜਾਣਾ ਆਉਣਾ ਖਤਮ ਹੋ ਗਿਆ, ਹੁਣ ਜੂਨਾਂ 'ਚ ਨਹੀਂ ਜਾਏਗਾ। ਗਰੰਟੀ ਦੇ ਰਿਹਾ ਸ਼ਬਦ ਪਾਏ। ਜਿਹੜਾ ਵੀ ਦੇਖੋ ਆਪਾਂ ਜਿਹੜੇ ਹੈਗੇ ਬਹੁਤ ਵੱਡੇ ਭਾਗਾਂ ਵਾਲੇ ਹੈ ਜਿਹੜੇ ਆ ਗਿਆਨ ਲੈ ਰਹੇ, ਪੂਰੇ ਗੁਰੂ ਦੀ ਮੱਤ ਲੈ ਰਹੇ। ਇਹ ਪੂਰੇ ਗੁਰੂ ਦੀ ਮੱਤ ਜੇ ਆਪਣੇ ਅੰਦਰ ਵਸ ਜਾਏ, ਇਹਦੇ ਅਨੁਸਾਰ ਆਪਾਂ ਕਾਰਵਾਈ ਕਰ ਦਈਏ, ਮਜ਼ਾ ਲਿਆ ਕਿ ਕੋਈ ਜਿਹੜਾ ਹੈਗਾ ਜੂਨ ਦੇ ਵਿੱਚ ਚਲੇ ਜਾਏ ਇਨਸਾਨ। ਸ਼ਬਦ ਜਿਹੜਾ ਹੈ ਪੰਜਵੀਂ ਪਾਤਸ਼ਾਹੀ ਗਰੰਟੀ ਲੈ ਰਹੇ ਭਾਈ। ਕਹੋ ਨਾਨਕ ਗੁਰ ਪੂਰਾ ਭੇਟਿਓ ਆਵਨ ਜਾਨ ਰਹੇ। ਅੱਗੇ ਹੁਣ ਦੂਸਰਾ ਜਿਹੜਾ ਹੈਗਾ ਇਸੇ ਲੜੀ ਦਾ ਦੂਸਰਾ ਮੋਤੀ ਆਇਆ। ਫਿਰ ਕੀ ਹੋਏਗਾ ਹੁਣ ਜਿਹੜਾ ਹੈਗਾ ਜਦ ਮਨ ਕੇਂਦਰਿਤ ਹੋਣ ਲੱਗ ਪਿਆ, ਵਿਚਾਰ ਘਟਨੇ ਸ਼ੁਰੂ ਹੋ ਗਏ। ਬਿਲਾਵਲ ਮਹੱਲਾ ਪੰਜਵਾਂ, ਜੀਵੋਂ ਨਾਮ ਸੁਣੀ। ਹੁਣ ਇੱਥੇ ਜਪਣਾ ਨਹੀਂ ਰਿਹਾ, ਇੱਥੇ ਸੁਣਨਾ ਆ ਗਿਆ। ਜੀਵੋਂ ਨਾਮ ਸੁਣੀ, ਆਤਮਿਕ ਜੀਵਨ ਸ਼ੁਰੂ ਹੋ ਗਿਆ, ਆਤਮਿਕ यात्रा शुरू हो गई। जीवो नाम सुनी, जो सो प्रसन्न पहे गुर पूरे, तब मेरी आस पूनी रहा। कहते मेरे अंदर किवें हो गया, कहते मेरा गुरु सो प्रसन्न हो गया मेरे उत्ते, बस मैं गुरु दी गल, हरेक गुरु दी गल मैं मनदा चला गया। मैं उस गुरु दी गल सब गुरु तो कहता कि भाई एक गल हैगी प्यारिया, अपने मन नूं खड़ा कर, बस अपने विचार बंद कर। जिस चरे मन लहरी विच है हौमे बहुत अहंकार, अपनी हौमे थल्ले कर, अहंकार थल्ले कर। शब्दे साध ना आवे, नाम ना लगे प्यार। आ देखो सुन लग गया नाम, सुन लग गया नाम, प्यार आ गया। जौर सुप्रसन्न भये गुरपुरे, जीवो नाम सुनी। ये सुनना है भाई ऑटोमैटिकली। पहली क्लास हैगी एक नर्सरी केजी, वो जिहड़ी हैगी आ ਆਪਾਂ ਵਾਹਿਗੁਰੂ ਵਾਹਿਗੁਰੂ ਅੱਲਾਹੁ ਅੱਲਾਹੁ ਇੱਕ ਅੱਖਰ ਦੀ ਭਗਤੀ ਸਟਾਰਟਿੰਗ ਜਰਨੀ ਉੱਥੋਂ ਹੀ ਹੋਣੀ ਹੈ। ਜਦ ਕੇਂਦਰਿਤ ਹੋ ਗਏ, ਜਦ ਵਿਚਾਰ ਜਿਹੜੇ ਹੈਗੇ ਘਟ ਗਏ, ਤੇ ਆ ਧੁਨ ਆਪਣੇ ਆਪ ਸ਼ੁਰੂ ਹੋ ਜਾਣੀ। ਆ ਨਾਮ ਨੂੰ ਸੁਣਨ ਲੱਗ ਜਾਣਾ ਹੈ ਆਪਾਂ ਨੇ। ਇਹ ਤਾਂ ਸਾਰੀ ਸ੍ਰਿਸ਼ਟੀ 'ਚ ਚੱਲ ਰਿਹਾ ਪਰਮੇਸ਼ਰ ਦਾ ਨਾਮ, ਇਹ ਪਰਮੇਸ਼ਰ ਦੀ ਧੁਨ, ਇਹ ਅਨਹਦ ਬਗੈਰ ਆਹਤ ਦੇ ਚੱਲ ਰਹੀ ਹੈ ਭਾਈ। ਇਹ ਆਪਣੇ ਆਪ ਵੱਜ ਰਹੀ ਹੈ। जीवो नाम सुनी, जो सुप्रसन्न पाए गुरपूरे, तब मेरी आस पुन्नी रहा। पुन्नी मतलब पूरी हो गई, ये मेरी आस। पीर गई रहाओ, पीर गई बांधी मन धीरा, मोह्यो आनंद धुनी। हाँ देखो ये आनंद नहीं है, आनंद हैगा। आनंद मतलब अनहद, जिहदियां हद्दां ही नहीं हैगियां। पीर गई कहंदे सारी मेरी पीड़ा चली गई। पीड़ा की सी विचार, ਪੀੜ ਗਈ ਬਾਂਦੀ ਮਨ ਧੀਰਾ, ਮਨ ਦੇ ਵਿੱਚ ਧੀਰਜ ਆ ਗਿਆ ਭਾਈ। ਇਹ ਤਾਂ ਕੋਈ ਗੱਲ ਹੈਗੀ ਆ ਭਾਈ, ਇਹ ਤਾਂ ਕੋਈ ਗੱਲ ਹੈਗੀ ਆ। ਕਦੀ ਵੀ ਦੇਖੋ ਸਾਹ ਬੰਦ ਕਰਕੇ ਦੇਖ ਲਓ, ਸਾਹ ਬੰਦ ਕਰ ਲਓ ਆਪਣਾ, ਤੇ ਦੇਖੋ ਇੱਕਦਮ ਵਿਚਾਰ ਬੰਦ ਹੋ ਜਾਣਗੇ ਨਾਲ ਦੀ ਨਾਲ। ਵਿਚਾਰ ਬੰਦ ਹੋ ਗਏ ਤੇ ਨਾਲ ਦੀ ਨਾਲ ਉਹ ਜਿਹੜਾ ਹੈਗਾ ਉਹ ਆ ਜਾਏਗਾ, ਅਨਹਦ ਸ਼ਬਦ ਸੁਣਨ ਲੱਗ ਜਾਣਗੇ। ਬਸ ਉਸੇ ਨੂੰ ਉਸੇ ਤੇ ਜਦੋਂ ਅਸੀਂ ਅਨਹਦ ਜਾਂ ਅਨਾਹਤ ਦਾ ਸੰਧੀ ਵਿਛੇਦ ਕਰੀਏ ਤਾਂ ਉਹ ਅਨਆਹਤ, ਬਿਲਕੁਲ ਕਿਸੇ ਨਾਲ ਚੋਟ ਹੋਏ ਆਪਣੇ ਆਪ ਹੋ ਜਾਏ। ਹਾਂਜੀ ਉਹੀ ਗੱਲ ਅਸੀਂ ਉੱਪਰ ਪਹਿਲਾਂ ਕਹੀ ਸੀ, ਇਹੀ ਬਗੈਰ ਆਹਤ ਦੇ। ਹਾਂਜੀ ਬਗੈਰ ਆਹਤ ਦੇ ਹੀ ਇਹ ਜਿਹੜਾ ਹੈਗਾ ਆਪਣੇ ਆਪ ਵੱਜਣਾ ਹੈ ਭਾਈ। ਆਪਾਂ ਜੀਭ ਤਾਂ ਫਿਰ ਆਹਤ ਕਰਦੇ ਹਾਂ, ਜਿਹੜਾ ਗਲੇ ਤੋਂ ਸਾਊਂਡ ਨਿਕਲਦਾ ਹੈ। ਕੋਈ ਵੀ ਚੀਜ਼ ਹੈ, ਕੋਈ ਵੀ ਆਵਾਜ਼ ਹੁੰਦੀ ਹੈ, ਉਹ ਦੋ ਚੀਜ਼ਾਂ ਦੇ ਨਾਲ ਹੁੰਦੀ ਹੈ। ਕੋਈ ਸਾਊਂਡ ਹੁੰਦਾ ਹੈ, ਕੋਈ ਚੀਜ਼ ਉਹ ਜਿਵੇਂ ਕੋਈ ਬਾਜੇ ਹਾਰਮੋਨੀਅਮ ਵਗੈਰਾ ਹਵਾ ਦੇ ਨਾਲ ਸਾਊਂਡ ਹੁੰਦਾ।
ਇਸੇ ਤਰੀਕੇ ਦੇ ਨਾਲ ਭਾਈ ਇਹ ਤਾਂ ਆਨੰਦ ਧੁਨੀ ਹੈਗੀ ਭਾਈ, ਅਨਹਦ ਧੁਨੀ ਹੈਗੀ। ਪੀਰ ਗਈ ਬਾਂਧੀ ਮਨ ਧੀਰਾ ਮੋਹਿਓ ਅਨੰਦ ਧੁਨੀ, ਮਨ ਮੋਹਿਆ ਜਾਣਾ ਹੈ ਭਾਈ। ਬਸ ਇਹ ਜਿਹੜਾ ਹੈਗਾ ਜਦ ਤੱਕ ਇਹ ਨਹੀਂ ਪ੍ਰਗਟ ਤਦ ਤੱਕ ਆਪਣੇ ਵਿਚਾਰ ਹੈਗੇ ਭਾਈ, ਅੰਦਰ ਵਿਚਾਰ ਚੱਲ ਰਹੇ ਔਰ ਵਿਚਾਰ ਘਟੀ ਜਾਣਗੇ। ਇਹਨਾਂ ਨੇ ਘਟੀ ਜਾਣਾ ਹੈ। ਜਦ ਆਪਾਂ ਨੇ ਗੌਰ ਕਰਨੀ ਸ਼ੁਰੂ ਕਰ ਦਿੱਤੀ ਤੇ ਇਹਨਾਂ ਨੇ ਘਟਣਾ ਸ਼ੁਰੂ ਕਰ ਦੇਣਾ। ਜਦ ਆਪਾਂ ਅੰਤਰ ਧਿਆਨ ਹੋ ਗਏ, ਅੰਤਰ ਧਿਆਨ ਮਤਲਬ ਆਪਣੇ ਅੰਦਰ ਦੇਖਣਾ ਸ਼ੁਰੂ ਕਰਤਾ। ਅੰਤਰ ਧਿਆਨ ਮਤਲਬ ਗਾਇਬ ਨਹੀਂ ਹੋ ਗਏ ਆਪਾਂ, ਅੰਦਰ ਆਪਣੇ 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 ਪਟਲ ਨੂੰ ਜਿਹੜਾ ਹੈਗਾ ਜਿੱਥੇ ਵਿਚਾਰ ਆਉਂਦੇ ਆ, ਡਿਸਪਲੇ ਜਿਹੜਾ ਹੈਗਾ ਉਹਨੂੰ ਦੇਖਣਾ ਸ਼ੁਰੂ ਕਰਤਾ, ਉਹਦੇ ਤੇ ਗੌਰ ਰੱਖਣੀ ਸ਼ੁਰੂ ਕਰਤੀ। ਉਹਦੇ ਤੇ ਗੌਰ ਰੱਖਣੀ ਕੀ ਹੈਗੀ? ਵਿਚਾਰ ਤਾਂ ਆਉਣੇ ਆ ਡਿਸਪਲੇ ਤੇ। ਮਨ ਨੂੰ ਜਿਹੜਾ ਹੈਗਾ ਨਹੀਂ ਜਾਣ ਦਿੱਤਾ ਵਿਚਾਰਾਂ ਦੇ ਨਾਲ, ਮਨ ਨੂੰ ਨਹੀਂ ਆਪਣੀ ਸੁਰਤ ਦੀ ਡੋਰੀ ਜੋੜਨ ਦਿੱਤੀ ਉੱਥੇ। ਆਹ ਗੌਰ ਰੱਖਣੀ ਹੈ। ਕਹਾਂ ਚਲੋ ਮਨ ਰਹੋ ਘਰੇ। ਟਿਕ, ਕਿੱਧਰ ਜਾ ਰਿਹਾ ਹੈ? ਕਿਹੜੇ ਵਿਚਾਰ? ਕਿਉਂ ਜਾ ਰਿਹਾ ਉੱਧਰ? ਕੀ ਲੈਣਾ ਉਹਦੇ ਨਾਲ ਤੂੰ? ਪੀਰ ਗਏ ਔਰ ਵਿਚਾਰ ਜਿਹੜੇ ਹੈਗੇ ਜ਼ਿਆਦਾਤਰ ਮੈਕਸੀਮਮ ਜਿਹੜੇ ਪਾਸਟ ਦੇ ਵਿਚਾਰ ਹੋਣਗੇ, ਪਾਸਟ ਦੇ ਬਸ। ਔਰ ਐਵੇਂ ਹੀ ਜਿਹੜਾ ਹੈਗਾ ਜਿਵੇਂ ਜਿਹੜਾ ਉਹਦੇ ਨਾਲ ਕੁਛ ਮਿਲਣਾ ਵੀ ਨਹੀਂ ਆ। 24 ਘੰਟੇ ਦੇਖ ਲਓ ਭਾਈ, ਇੱਕ ਦਿਨ ਪੂਰਾ ਦੇਖ ਲਓ ਕਿ ਕੀ ਵਿਚਾਰ ਆਏ ਅਤੇ ਕੀ ਉਹਨਾਂ ਦਾ ਮੈਨੂੰ ਫਾਇਦਾ ਹੋਇਆ, ਮੇਰੇ ਜੀਵਨ ਦੇ ਵਿੱਚ ਕੀ ਫਾਇਦਾ ਹੋਇਆ। 24 ਘੰਟੇ ਦੇ ਬਾਅਦ ਜਿਹੜਾ ਉਹ ਕਰਕੇ ਦੇਖ ਲਓ ਉਹਦਾ ਐਨਾਲਾਈਸਿਸ। ਬਈ ਮੇਰਾ ਤਾਂ ਸਮਾਂ ਹੀ ਗਿਆ, ਕੁਛ ਮਿਲਿਆ ਤਾਂ ਹੈ ਹੀ ਨਹੀਂ ਮੈਨੂੰ। ਪੀਰ ਗਈ ਬਾਂਧੀ ਮਨ ਧੀਰਾ, ਬਿਲਕੁਲ ਪ੍ਰੈਕਟੀਕਲ ਹੈਗਾ ਭਾਈ, ਬਿਲਕੁਲ ਪ੍ਰੈਕਟੀਕਲ ਗੱਲ ਹੈਗੀ ਆ। ਕਰਕੇ ਦੇਖੋ, ਸਰੋਂ ਹਥੇਲੀ ਤੇ ਜੰਮ ਜਾਏਗੀ। ਪੀਰ ਗਈ ਬਾਂਧੀ ਮਨ ਧੀਰਾ ਮੋਹਿਓ ਆਨੰਦ ਧੁਨੀ, ਉਪਜਿਓ ਚਾਓ ਮਿਲਨ ਪ੍ਰਭ ਪ੍ਰੀਤਮ ਰਹਿਣ ਨਾ ਜਾਏ ਖਿਨੀ। ਗੱਲ ਉੱਥੇ ਖਤਮ ਨਹੀਂ ਹੋਣੀ। ਜਦ ਜਿਹੜਾ ਹੈਗਾ ਧੁਨ ਸੁਣ ਗਈ, ਵਿਚਾਰ ਬੰਦ ਹੋ ਗਏ ਅਤੇ ਫਿਰ ਹੁਣ ਗਾਹਾਂ ਜਿਹੜਾ ਹੈਗਾ ਅਗਲਾ ਜਿਹੜਾ ਹੈਗਾ ਫਿਰ ਬੰਦਾ ਬਹੁਤ ਧੀਰਜ ਕਰਦਾ ਹੈ। ਬਈ ਹੁਣ ਮੇਰੇ ਅੰਦਰ ਪਤਾ ਨਹੀਂ ਹੁਣ ਜਿਹੜਾ ਕੀ ਹੋਊਗਾ, ਹੁਣ ਮੇਰੇ ਅੰਦਰ ਜਿਹੜਾ ਹੈਗਾ ਆਹ ਹੋ ਜਾਣਾ, ਹੁਣ ਮੇਰਾ ਪ੍ਰਕਾਸ਼ ਹੋ ਜਾਣਾ, ਆਹ ਹੋ ਜਾਣਾ। ਉੱਥੇ ਫਿਰ ਵਿਚਾਰ ਸ਼ੁਰੂ ਹੋ ਜਾਂਦੇ ਆ, ਆਹ ਦੂਸਰੇ ਵਿਚਾਰ ਸ਼ੁਰੂ ਹੋ ਗਏ। ਹੁਣ ਇਹ ਫਿਰ ਜਿਹੜਾ ਹੈਗਾ ਅਟਕਾਉਂਦੇ ਆ ਰਸਤਾ ਫਿਰ ਜਿਹੜਾ ਹੈਗਾ ਇਹ ਡਿਲੇ ਕਰਨਗੇ ਭਾਈ। ਉੱਥੇ ਕੁਛ ਨਹੀਂ ਵਿਚਾਰ ਕਰਨਾ, ਜੋ ਦੇਣਾ ਹੈ ਮਾਲਕ ਨੇ ਆਪੇ ਦੇ ਦੇਣਾ ਹੈ ਭਾਈ, ਆਪੇ ਹੀ ਦੇ ਦੇਣਾ ਹੈ। ਉਹਨੇ ਆਪੇ ਹੀ ਆ ਜਾਣਾ ਹੈ ਭਾਈ। ਪਹਿਲਾ ਸ਼ਬਦ ਇਹਦਾ ਸਭ ਤੋਂ ਸਟਾਰਟਿੰਗ ਜਰਨੀ ਇੱਥੋਂ ਹੀ ਹੋਈ ਸੀ, ਆਪੇ ਮੇਲ ਲਏ, ਇੱਥੋਂ ਹੀ ਸ਼ੁਰੂ ਹੋਈ ਸੀ। ਜਬ ਤੇ ਸ਼ਰਨ ਤੁਮਾਰੀ ਆਏ ਤਬ ਤੇ ਦੋ ਗਏ। ਇਹ ਪ੍ਰੈਕਟੀਕਲ ਡਿਫੀਕਲਟੀਜ਼ ਹੈ। ਮਨ ਜਿਹੜਾ ਹੈਗਾ ਆਤੁਰ ਹੋ ਜਾਂਦਾ ਹੈ ਉਸ ਵੇਲੇ, ਜਿਹੜਾ ਹੈਗਾ ਮਨ ਦੇ ਅੰਦਰ ਜਿਹੜਾ ਹੈਗਾ ਰਿਹਾ ਨਹੀਂ ਜਾਂਦਾ। ਬਈ ਹੁਣ ਅੱਗੇ ਜਿਹੜਾ ਹੈਗਾ ਪਰਮਾਤਮਾ ਨੂੰ ਮਿਲਣ ਦਾ ਚਾਅ ਪੈਦਾ ਹੋ ਜਾਂਦਾ ਹੈ ਭਾਈ ਮੈਂ ਦੇਖਾਂ ਤਾਂ ਸਹੀ ਉਹ ਨਿਰੰਕਾਰ ਮੇਰੀ ਆਤਮਾ ਹੈ ਕੌਣ ਬੋਲ ਰਿਹਾ ਹੈ ਮੇਰੇ ਅੰਦਰ। ਉਪਜਿਓ ਚਾਓ ਮਿਲਨ ਪ੍ਰਭ ਤਾਈ, ਉਪਜਿਓ ਚਾਓ ਮਿਲਨ ਪ੍ਰਭ ਪ੍ਰੀਤਮ ਰਹਿਣ ਨਾ ਜਾਏ ਖਿਨੀ। ਕਹਿੰਦੇ ਖਿਣ ਵੀ ਨਹੀਂ ਰਿਹਾ ਜਾਂਦਾ, ਇੰਨੀ ਪ੍ਰੀਤ ਹੋ ਜਾਂਦੀ ਹੈ, ਇੰਨੀ ਅੰਦਰ ਜਿਹੜੀ ਹੈਗੀ ਇੰਨਾ ਪ੍ਰਬਲ ਪ੍ਰੇਮ ਪੈਦਾ ਹੋ ਜਾਂਦਾ, ਚਾਅ ਹੋ ਜਾਂਦਾ ਇਨਸਾਨ ਦੇ ਅੰਦਰ। ਪਹਿਲਾਂ ਆਪਾਂ ਸ਼ੁਰੂ 'ਚ ਹੀ ਹੈਗੀ ਸਿਲ ਅਲੂਣੀ ਚੱਟਣ ਵਾਲੀ ਗੱਲ। ਸ਼ੁਰੂ 'ਚ ਹੀ ਲੂਣ ਹੈ ਨਹੀਂ, ਅਲੂਣੀ ਸਿਲ ਚੱਟਣੀ ਹੈ। ਸ਼ੁਰੂ 'ਚ ਥੋੜ੍ਹੀ ਜਿਹੀ ਹੈਗੀ ਭਾਈ, ਥੋੜ੍ਹੀ ਜਿਹੀ ਹੈਗੀ। ਉਪਜੇ ਚਾਓ ਮਿਲਨ ਪ੍ਰਭ ਤਾਈ, ਗੁਰੂ 'ਤੇ ਵਿਸ਼ਵਾਸ ਰੱਖੀਏ ਭਾਈ, ਬਾਣੀ ਦੇ ਅੱਖਰਾਂ ਤੇ ਮੁੱਲ ਪਾਈਏ ਇਹਨਾਂ ਦਾ। ਉਪਜਿਓ ਚਾਓ ਮਿਲਨ ਪ੍ਰਭ ਤਾਈ, ਉਪਜਿਓ ਚਾਓ ਮਿਲਨ ਪ੍ਰਭ ਪ੍ਰੀਤਮ ਰਹਿਣ ਨਾ ਜਾਏ ਖਿਨੀ। ਕਹਿੰਦੇ ਖਿਨ ਵੀ ਨਹੀਂ ਰਿਹਾ ਜਾਂਦਾ। ਅਨਕ ਭਗਤ ਅਨਕ ਜਨ ਧਾਰੇ ਸਿਮਰੇ ਅਨਕ ਮੁਨੀ। ਕਹਿੰਦੇ ਅਨੇਕਾਂ ਇਹ ਭਗਤ ਜਿਹੜੇ ਹੈਗੇ ਉਹ ਮਾਲਕ ਪਰਮਾਤਮਾ ਦੇ ਨਾਲ ਮਿਲਾਪ ਕਰ ਗਏ, ਇਹ ਸੰਸਾਰ ਸਮੁੰਦਰ ਤੋਂ ਤਰ ਗਏ। ਆ ਦੇਖੋ 36 ਤਾਂ ਆਈ ਹੈਗੇ ਜਿਨ੍ਹਾਂ ਦੀ ਬਾਣੀ ਆਪਾਂ ਲੈ ਰਹੇ ਹਾਂ। ਅਨਕ ਭਗਤ ਅਨਕ ਜਨ ਧਾਰੇ ਸਿਮਰੇ ਅਨਕ ਮੁਨੀ। ਅਨੇਕਾਂ ਹੀ ਜਿਹੜੇ ਹੈਗੇ ਗਿਆਨੀ ਜਿਹੜੇ ਹੈਗੇ, ਮੁਨੀ ਜਿਹੜੇ ਹੈਗੇ ਉਹ ਸਿਮਰਨ ਕਰਦੇ ਆ। ਅੰਧਲੇ ਟਿਕ ਨਿਰਧਨ ਤਨ ਪਾਇਓ ਪ੍ਰਭ ਨਾਨਕ ਅਨਕ ਗੁਣੀ। ਕਹਿੰਦੇ ਮੈਨੂੰ ਇਹ ਭਗਤੀ ਮਿਲ ਗਈ, ਮੈਨੂੰ ਇਹ ਜੁਗਤੀ ਮਿਲ ਗਈ, ਮੈਨੂੰ ਇਹ ਜਿਹੜਾ ਹੈਗਾ ਭਗਤੀ ਕਰਨ ਦੀ ਜੁਗਤੀ ਪਾਈ। ਬਥੇਰੇ ਪੁੱਛਦੇ ਵੀ ਕਿਵੇਂ ਭਗਤੀ ਕਰਨੀ ਹੈ, ਕਿਹੜੀ ਜੁਗਤੀ ਹੈ, ਕੋਈ ਪਤਾ ਲੱਗੇ। ਕੋਈ ਕਿੱਥੇ ਸਰਚ ਮਾਰਦੇ ਆ, ਪਤਾ ਨਹੀਂ ਕਿੱਥੋਂ ਜੁਗਤੀਆਂ ਦੇਈ ਜਾਂਦੇ ਭਾਈ। ਆਹ ਬਾਣੀ ਜਿਹੜੀ ਆ 5ਵੀਂ ਪਾਤਸ਼ਾਹੀ ਦੀ ਜੁਗਤੀ ਕੋਈ ਲੈਂਦਾ ਹੀ ਨਹੀਂ। ਬਾਣੀ ਤਾਂ
ਪਾਲ ਦੇ ਵਿੱਚ ਯੁਕਤੀ ਦੱਸ ਰਹੀ ਹੈ ਭਾਈ। ਅੰਧਲੇ ਟਿਕ ਨਿਰਧਨ ਧਨ ਪਾਇਓ। ਕਹਿੰਦੇ ਜਿਵੇਂ ਅੰਨਾ ਹੁੰਦਾ ਨਾ, ਅੰਨੇ ਨੂੰ ਜਿਹੜਾ ਹੈਗਾ ਸੋਟੀ ਮਿਲ ਗਈ, ਅੰਨੇ ਨੂੰ ਸੋਟੀ ਮਿਲ ਗਈ। ਨਿਰਧਨ ਜਿਹੜਾ ਹੈਗਾ ਗਰੀਬ ਨੂੰ ਇੱਕਦਮ ਧਨ ਮਿਲ ਜਾਏ, ਦੇਖੋ ਕਿਵੇਂ ਜਿਹੜਾ ਹੈਗਾ ਕੀ ਹਾਲਤ ਹੋ ਜਾਂਦੀ ਹੈ। ਕਹਿੰਦੇ ਕਮਾਲ ਹੋ ਗਈ, ਕਮਾਲ ਹੋ ਗਈ। ਪ੍ਰਭ ਨਾਨਕ ਅਨਕ ਗੁਣੀ, ਉਹ ਮਾਲਕ ਪਰਮਾਤਮਾ ਅਨੇਕਾਂ ਗੁਣਾਂ ਵਾਲਾ ਹੈ ਮਾਲਕ ਪਰਮਾਤਮਾ। ਦੇਖੋ ਉਹ ਆਪਣਾ ਪਿਓ ਹੈਗਾ ਭਾਈ। ਸਾਰੇ ਜੀਵ ਜਿਹੜੇ ਹੈਗੇ ਉਹ ਮਾਲਕ ਦੇ ਬੱਚੇ ਹੈਗੇ, ਮਾਲਕ ਤੋਂ ਆਏ ਆ, ਮਾਲਕ ਦਾ ਅੰਸ਼ ਹੈਗੇ ਆ। ਉਹਨਾਂ ਨੂੰ ਮਾਲਕ ਜਿਹੜਾ ਹੈਗਾ ਦੁਖੀ ਥੋੜ੍ਹੀ ਨਾ ਕਰੂਗਾ, ਉਹਨਾਂ ਨੂੰ ਤਕਲੀਫ ਥੋੜ੍ਹੀ ਨਾ ਦੇਵੇਗਾ। ਮਾਲਕ ਨੇ ਖੇਡ ਬਣਾਈ ਆ, ਉਹ ਖੇਡ ਹੈ ਜਿਹੜੀ ਆ ਖੇਡ ਕਰ ਰਿਹਾ, ਮਾਲਕ ਖੇਡ ਕਰ ਰਿਹਾ ਭਾਈ। ਉਹਨੇ ਹਰੇਕ ਨੂੰ ਕੱਢਣਾ ਹੈਗਾ, ਹਰੇਕ ਨੂੰ ਕੱਢਣਾ ਹੈਗਾ ਉਹਨੇ। ਅੰਧਲੇ ਟਿਕ ਨਿਰਧਨ ਧਨ ਪਾਇਓ, ਪ੍ਰਭ ਨਾਨਕ ਅਨਕ ਗੁਣੀ। ਇਹ 2 ਸ਼ਬਦਾਂ ਦੀ ਲੜੀ ਸੀਗੀ, ਪੂਰੀ ਹੋ ਗਈ। ਦੇਖੋ ਬਹੁਤ ਕਮਾਲ ਦਾ ਗਿਆਨ ਸੀਗਾ ਭਾਈ। ਆਪੇ ਮੇਲ ਲਏ ਤੋਂ ਸ਼ੁਰੂ ਹੋ ਕੇ ਔਰ ਕਿਸ ਤਰੀਕੇ ਦੇ ਨਾਲ ਪੂਰੀ ਦੀ ਪੂਰੀ ਕਾਰਵਾਈ, ਪ੍ਰੋਸੈਸ, ਭਗਤੀ ਸਾਰੀ ਦੀ ਸਾਰੀ ਇਹਦੇ ਵਿੱਚ 2 ਸ਼ਬਦਾਂ ਦੇ ਵਿੱਚ ਮਹਾਰਾਜ ਨੇ ਆਪਾਂ ਨੂੰ ਗਿਆਨ ਦਿੱਤਾ। ਰਾਗ ਬਿਲਾਵਲ ਮਹੱਲਾ 5ਵਾਂ, ਘਰ 13ਵਾਂ। ਪੜਤਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ। ਪੜਤਾਲ ਦਾ ਮਤਲਬ ਹੁੰਦਾ ਇੱਕ ਤਾਲ ਤੋਂ ਇਲਾਵਾ, ਤਬਲੇ ਦੀ ਤੇਰੀ ਹੈ ਜੋ ਵੀ ਤਾਲ ਹੁੰਦੀ ਆ, ਉਹ ਤਾਲ ਜਿਹੜੀ ਹੈਗੀ ਇੱਕ ਤਾਲ ਤੋਂ ਵੱਧ ਤਾਲਾਂ ਦੇ ਨਾਲ ਇਹਨੂੰ ਗਾਇਆ ਜਾ ਸਕਦਾ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਮੋਹਨ ਨੀਂਦ ਨਾ ਆਵੈ ਹਾਵੈ, ਹਾਰ ਕਜਰ ਵਸਤਰ ਅਵਰਨ ਕੀਨੇ। ਹਾਂ ਦੇਖ ਲਓ ਭਾਈ, ਮਹਾਰਾਜ ਕਹਿੰਦੇ ਨਹੀਂ ਚੈਨ ਆਏਗਾ ਭਾਈ, ਨਹੀਂ ਚੈਨ ਆਏਗਾ। ਉਹ ਪਿਛਲੇ ਸ਼ਬਦ ਦੇ ਵਿੱਚ ਦੱਸਿਆ ਸੀਗਾ ਭਾਈ ਕਿ ਹੁਣ ਰਹਿਣ ਨਾ ਜਾਏ ਖਿਨੀ। ਕਹਿੰਦੇ ਨਹੀਂ, ਹੁਣ ਉਸ ਤੋਂ ਅੱਗੇ ਸਟੇਜ ਆ ਗਈ। ਉਸ ਤੋਂ ਅੱਗੇ ਜਿਹੜਾ ਹੈਗਾ ਉਹ ਮੋਹਨ ਮਨ ਨੂੰ ਮੋਹ ਰਿਹਾ ਹੈ ਭਾਈ। ਨੀਂਦ ਨਾ ਆਵੇ, ਕਹਿੰਦੇ ਹੁਣ ਕਿਸੇ ਵੀ ਤਰੀਕੇ ਦੇ ਨਾਲ ਅਵੇਸਲਾ ਨਹੀਂ ਹੁੰਦਾ ਅਭਿਆਸੀ। ਬਾਰ-ਬਾਰ ਧਿਆਨ ਦੇ ਵਿੱਚ ਜਾਂਦਾ ਹੈ, ਬਾਰ-ਬਾਰ ਧਿਆਨ ਦੇ ਵਿੱਚ ਜਾਂਦਾ ਹੈ। ਉਹਦੇ ਜੀਵਨ ਦਾ ਮਕਸਦ ਹੀ ਆਹੀ ਹੋ ਗਿਆ ਭਗਤੀ। ਉਹਦੇ ਜੀਵਨ ਦਾ ਪਹਿਲਾਂ ਆਪਣੇ ਜੀਵਨ ਦਾ ਕੀ ਮਕਸਦ ਸੀ? ਮਾਇਆ, ਪਦਾਰਥ, ਸਵਾਦ, ਇੱਕਦਮ ਸ਼ਿਫਟ ਯੂ ਟਰਨ ਹੋ ਗਿਆ। ਜੀਵਨ ਦਾ ਮਕਸਦ ਹੀ ਭਗਤੀ ਹੈ। ਜਿੱਥੇ ਟਾਈਮ ਮਿਲਦਾ ਹੈ ਇਸੇ ਪਾਸੇ ਹੋ ਜਾਂਦਾ ਹੈ। ਕਹਿੰਦੇ ਇੱਕ ਖਿਣ ਵੀ ਨਹੀਂ ਰਿਹਾ ਜਾਂਦਾ। ਮੋਹਨ ਨੀਂਦ ਨਾ ਆਵੇ, ਨੀਂਦ ਨਹੀਂ ਆਉਂਦੀ, ਚੈਨ ਨਹੀਂ ਆ ਰਿਹਾ। ਹਾਵੇ ਕਹਿੰਦੇ ਹੌਕਾ, ਤੇਰੇ ਦਰਸ਼ਨਾਂ ਤੋਂ ਬਗੈਰ ਉਦਾਸ ਹੋ ਰਿਹਾ ਮਨ ਦੇ ਵਿੱਚ ਖਿੱਚ ਹੋ ਰਹੀ, ਚੈਨ ਨਹੀਂ ਆ ਰਿਹਾ। ਹਾਰ ਗਜਰ ਵਸਤਰ ਆਭਰਨ ਕੀਨੇ, ਜਿਵੇਂ ਕੋਈ ਨਵਵਿਆਹਤਾ ਇਸਤਰੀ ਹੋਏ ਔਰ ਬੰਦਾ ਨਾ ਹੋਏ ਔਰ ਸਾਰਾ ਜਿਹੜਾ ਹੈਗਾ ਪੂਰੀ ਤਰ੍ਹਾਂ ਜਿਹੜੀ ਹੈਗੀ ਉਹ ਸੱਜ ਸਵਰ ਕੇ ਬੈਠੀ ਹੋਏ ਅਤੇ ਚੈਨ ਨਹੀਂ ਆਏ, ਉਹਨੂੰ ਬਾਰ-ਬਾਰ ਦੁਆਰ 'ਤੇ ਦੇਖਦੀ ਹੈ। ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਪਰਮਾਤਮਾ ਜਿਹੜਾ ਪਤੀ ਆਪਣਾ, ਉਹਦੇ ਬਗੈਰ ਅਭਿਆਸੀ ਜਿਹੜਾ ਹੈਗਾ ਉਹਨੂੰ ਚੈਨ ਨਹੀਂ ਆਉਂਦਾ। ਹਾਰ ਕਜਰ ਵਸਤਰ ਆਭਰਨ ਕੀਨੇ, ਕਹਿੰਦੇ ਮੈਂ ਸਾਰਾ ਜਿਹੜਾ ਹੈਗਾ ਇਹ ਗੁਣ ਵੀ ਇਕੱਠੇ ਕੀਤੇ ਆ ਮਾਲਕਾ, ਝਾੜੂ ਵੀ ਲਾਉਣੀ ਆ, ਵਿਚਾਰ ਵੀ ਬੰਦ ਕਰ ਰਹੀ ਹਾਂ, ਸਾਰਾ ਕੁਛ ਕਰ ਰਹੀ ਹਾਂ। ਮੈਂ ਜਿਹੜਾ ਹੈਗਾ ਧਿਆਨ ਸਿਮਰਨ ਵੀ ਕਰ ਰਿਹਾ। ਮੈਂ ਸਾਰਾ ਜਿੰਨਾ ਕੁ ਮੇਰੇ ਕੋਲ ਹੋ ਸਕਦਾ ਹੈ ਮਾਲਕਾ, ਮੈਂ ਸੱਜ ਕੇ ਸਵਰ ਕੇ ਤੇਰੇ ਵਾਸਤੇ ਜਿਹੜਾ ਹੈਗਾ ਮੈਂ ਇਹ ਕਰ ਰਹੀ ਹਾਂ। ਮੈਂ ਕੀਤੇ ਆ ਸਾਰਾ ਕੁਛ। ਮੋਹਨ ਨੀਂਦ ਨਾ ਆਵੇ ਹਾਵੇ, ਹਾਰ ਕਜਰ ਵਸਤਰ ਆਭਰਨ ਕੀਨੇ। ਉਡੀਨੀ 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 ਕਬ ਕਰ ਆਵੇ ਰੀ। ਕਹਿੰਦੇ ਮਾਲਕਾ ਮੈਂ ਤਾਂ ਬਹੁਤ ਵਿਆਕੁਲ ਹਾਂ, ਮੈਂ ਤਾਂ ਬਹੁਤ ਜਿਹੜੀ ਉਡੀਕ ਕਰ ਕਰਕੇ ਥੱਕ ਜਾਏ। ਕਹਿੰਦੇ ਬਹੁਤ ਮੇਰੇ ਅੰਦਰ ਤੇਰੀ ਉਡੀਕ ਆ ਮਾਲਕਾ, ਤੇਰਾ ਰਾਹ ਦੇਖ ਰਹੀ ਹਾਂ। ਕਬ ਕਰ ਆਵੇ ਰੀ, ਕਦੋਂ ਆਏਗਾ ਮਾਲਕਾ ਮੇਰੇ ਅੰਦਰ, ਕਦੋਂ ਆਏਗਾ ਮੇਰੇ ਹਿਰਦੇ ਸੇਜ ਦੇ ਉੱਤੇ, ਕਦੋਂ ਆਏਗਾ। ਰਹਾਓ ਮੋਹਨ ਨੀਂਦ ਨਾ ਆਵੇ ਹਾਵੇ, ਹਾਰ ਕਜਰ ਕਹਿੰਦੇ ਕਜੜਾ ਅੱਖਾਂ ਦੇ ਵਿੱਚ, ਹਾਰ ਬਸਤਰ ਸੋਹਣੇ ਆਭੂਸ਼ਣ ਆਭਰਨ ਜਿਹੜੇ ਚੰਗੇ ਜਿਹੜੇ ਹੈਗੇ ਗਹਿਣੇ ਗੁਣੇ ਸਾਰੇ। ਕੀਨੇ ਉਡੀਨੀ 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 ਕਬ ਕਰ ਆਵੇ ਰੀ। ਉਡੀਕ ਕਹਿੰਦੇ ਕਦੋਂ ਆਏਗਾ ਮਾਲਕਾ, ਕਦੋਂ ਆਏਗਾ। ਰਹਾਓ ਹੁਣ ਜਿਹੜਾ ਹੈਗਾ ਫਿਰ ਜਿਹੜਾ ਹੈਗਾ ਸਰਣੇ ਸੁਹਾਗਨ ਚਰਨ ਸੀਸ ਧਰ। ਕਹਿੰਦੇ ਮੈਂ ਤਾਂ ਸੁਹਾਗਣਾ ਤੋਂ ਗੁਰੂ ਦੇ ਚਰਨਾਂ ਤੋਂ, ਗੁਰੂ ਤੋਂ ਹੀ ਪੁੱਛਦੀ ਹਾਂ ਭਾਈ,
ਬਈ ਗੁਰੂ ਹੀ ਦੱਸੂਗਾ। ਹੁਣ ਸੁਹਾਗਣਾ ਹੀ ਦੱਸਣਗੀਆਂ ਪਾਏ ਵੀ ਆਹ ਸਟੇਜ ਤਾਂ ਉਹਨਾਂ 'ਤੇ ਵੀ ਆਈ ਹੋਣੀ ਆ, ਉਹ ਦੱਸਣਗੀਆਂ ਪਾਏ ਇਸ ਤੋਂ ਅੱਗੇ ਕਿਵੇਂ ਜਾਣਾ ਹੈ। ਸਰਨ ਸੁਹਾਗਣੇ ਚਰਨ ਸੀਸ ਧਰੇ, ਲਾਲਨ ਮੋਹੇ ਮਿਲਾਵੋ ਕਬ ਕਰ ਆਵੇ ਰੀ। ਕਹਿੰਦੇ ਮੈਨੂੰ ਵੀ ਮਿਲਾ ਦਿਓ, ਤੁਸੀਂ ਤੁਹਾਡੇ ਅੰਦਰ ਤਾਂ ਉਹ ਲਾਲ ਪ੍ਰਗਟ ਹੈ, ਮਾਲਕ ਪਰਮਾਤਮਾ ਤੁਹਾਡੇ ਘਰ 'ਚ ਹੈਗਾ, ਮੈਨੂੰ ਵੀ ਮਿਲਾਓ, ਮੈਨੂੰ ਵੀ ਦੱਸੋ ਕਿਵੇਂ ਜਿਹੜਾ ਹੈ ਮਾਲਕ ਪਰਮਾਤਮਾ ਜਿਹੜਾ ਹੈਗਾ ਆਉਂਦਾ ਹੈ, ਮੇਰੇ ਅੰਦਰ ਕੀ ਕਮੀ ਹੈਗੀ ਆ। ਸਰਨ ਸੁਹਾਗਣੇ ਚਰਨ ਸੀਸ ਧਰੇ, ਲਾਲਨ ਮੋਹੇ ਮਿਲਾਵੋ ਕਬ ਕਰ ਆਵੇ ਰੀ। ਕਿਸ ਤਰ੍ਹਾਂ ਆਊਗਾ ਮੇਰੇ ਘਰ ਦੇ ਵਿੱਚ, ਮੈਨੂੰ ਕਿਵੇਂ ਦਰਸ਼ਨ ਹੋਣਗੇ ਮਾਲਕ ਪਰਮਾਤਮਾ ਦੇ। ਸੁਨੋ ਸਹੇਰੀ ਮਿਲਨ ਬਾਤ ਕਹੋ। ਲਓ ਜੀ, ਗੁਰੂ ਤਾਂ ਪੂਰਾ ਤਿਆਰ ਬੈਠਾ ਹੈ। ਗੁਰੂ ਤਾਂ ਕਹਿੰਦਾ ਆ ਜਾ ਪੁੱਤਰਾ ਆ ਜਾ, ਆ ਮੈਂ ਤੈਨੂੰ ਦੱਸਾਂ, ਆ ਮੇਰੀ ਸਹੇਲੀ ਹੈ, ਆ ਮੈਂ ਤੈਨੂੰ ਦੱਸਾਂ, ਆ ਪਰਮਾਤਮਾ ਦੇ ਵੱਲ ਨੂੰ ਜਾਣ ਵਾਲੀ ਹੈ, ਮੇਰੀ ਇਹ ਸਖੀ ਹੈ, ਆ ਮੈਂ ਤੈਨੂੰ ਦੱਸਾਂ, ਮਿਲਣ ਦੀ ਗੱਲ ਦੱਸਾਂ, ਤੈਨੂੰ ਦੱਸਾਂ ਵੀ ਕੀ ਪ੍ਰੋਬਲਮ ਹੈਗੀ ਆ, ਕਿਵੇਂ ਮਿਲਾਪ ਹੋਏਗਾ। ਸੁਨੋ ਸਹੇਰੀ ਮਿਲਨ ਬਾਤ ਕਹੋ, ਆ ਮੈਂ ਤੈਨੂੰ ਮਿਲਾਪ ਦੀ ਗੱਲ ਦੱਸਾਂ। ਸਗਰੋ ਅਹੰਗ ਮਿਟਾਵੋ ਤਉ ਕਰ ਹੀ ਲਾਲਨ ਪਾਵੋ। ਹਾਲੇ ਤੇਰੇ ਅੰਦਰ ਜਿਹੜੀ ਹੈਗੀ ਆ, ਤੇਰੀ ਹਉਮੈ ਨਹੀਂ ਗਈ, ਹਉਮੈ ਪੂਰੀ ਤਰ੍ਹਾਂ ਖਤਮ ਕਰਨੀ ਪਊਗੀ, ਹਉਮੈ ਪੂਰੀ ਤਰ੍ਹਾਂ ਖਤਮ ਕਰਨੀ ਪਊਗੀ, ਆਪਣੀ ਹੋਂਦ ਪੂਰੀ ਤਰ੍ਹਾਂ ਖਤਮ ਕਰਨੀ ਪਊਗੀ। ਤੇਰੇ ਅੰਦਰ ਤੇਰਾ ਸਰੀਰ ਤੇਰਾ ਨਹੀਂ, ਤੇਰਾ ਮਨ ਤੇਰਾ ਨਹੀਂ, ਤੇਰੀ ਬੁੱਧੀ ਤੇਰਾ ਨਹੀਂ, ਚਿੱਤ ਤੇਰਾ ਨਹੀਂ ਆ, ਸੁਰਤ ਤੇਰੀ ਨਹੀਂ ਆ, ਇਹ ਇੰਦਰੀਆਂ, ਗਿਆਨ ਇੰਦਰੀਆਂ, ਕਰਮ ਇੰਦਰੀਆਂ ਤੇਰੀਆਂ ਨਹੀਂ ਹੈਗੀਆਂ। ਔਰ ਜੋ ਕੁਛ ਮਾਇਆ ਹੈਗੀ, ਜੋ ਕੁਛ ਦੁਨੀਆ ਦੇ ਪਦਾਰਥ ਹੈਗੇ, ਪੰਜਾਂ ਤੱਤਾਂ ਦੀ ਰਚਨਾ, ਤੇਰਾ ਕੁਛ ਨਹੀਂ ਹੈ ਉਹਦੇ ਵਿੱਚ, ਹਵਾ ਪਾਣੀ ਕੱਖ ਵੀ ਤੇਰਾ ਨਹੀਂ ਹੈ। ਬਸ ਤੂੰ ਕੌਣ ਹੈ? ਤੂੰ ਕੁਛ ਵੀ ਨਹੀਂ ਹੈਗੀ, ਤੂੰ ਉਹ ਮਾਲਕ ਪਰਮਾਤਮਾ ਦਾ ਰੂਪ ਹੈਗੀ ਆ, ਮਾਲਕ ਪਰਮਾਤਮਾ ਹੀ ਹੈਗੀ ਆ। ਸੁਨੋ ਸਹੇਰੀ ਮਿਲਨ ਬਾਤ ਕਹੋ, ਸਗਰੋ ਅਹੰਗ ਮਿਟਾਵੋ ਤਉ ਕਰ ਹੀ ਲਾਲਨ ਪਾਵੋ। ਆਪਣੇ ਆਪ ਘਰ ਦੇ ਵਿੱਚ ਹੀ ਤੇਰੇ ਲਾਲਨ ਹੈਗਾ, ਤੇਰੀ ਆਤਮਾ ਤਾਂ ਤੇਰੇ ਅੰਦਰ ਹੀ ਹੈ, ਉਹ ਤਾਂ ਬੈਠਾ ਹੋਇਆ। ਪ੍ਰੋਬਲਮ ਤਾਂ ਤੇਰੀ ਹੈਗੀ, ਤੂੰ ਪੜ੍ਹਦਾ ਤਾਂ ਚੱਕਦੀ ਨਹੀਂ ਹੈਗੀ, ਪੜ੍ਹਦਾ ਤੇਰੇ ਹੱਥ 'ਚ, ਹਉਮੈ ਤੇਰੀ ਹੈਗੀ ਆ, ਇਹ ਹਉਮੈ ਦਾ ਹੀ ਪੜ੍ਹਦਾ ਹੈਗਾ, ਚੱਕਣਾ ਤਾਂ ਤੂੰ ਹੀ ਹੈਗਾ। ਦੇਖੋ ਕਿੰਨਾ ਜਿਹੜਾ ਹੈਗਾ ਗਿਆਨ ਜਿਹੜਾ ਹੈਗਾ ਇਸ ਲੈਵਲ 'ਤੇ ਜਿਹੜਾ ਹੈਗਾ, ਇੱਥੇ ਤੱਕ ਗਿਆਨ ਹੈਗਾ, ਕਦੀ ਜੀਵਨ ਦੇ ਵਿੱਚ ਨਹੀਂ ਪਤਾ ਲੱਗਿਆ। ਸੁਨੋ ਸਹੇਰੀ ਮਿਲਨ ਬਾਤ ਕਹੋ, ਸਗਰੋ ਅਹੰਗ ਮਿਟਾਵੋ ਤਉ ਕਰ ਹੀ ਲਾਲਨ ਪਾਵੋ। ਫਿਰ ਤਬ ਰਸ ਮੰਗਲ ਗੁਣ ਗਾਵੋ। ਤਾਂ ਕਹਿੰਦੇ ਉਹ ਮਾਲਕ ਪਰਮਾਤਮਾ ਦੇ ਨਾਲ ਮੰਗਲ ਰਸ, ਅੰਮ੍ਰਿਤ ਰਸ ਵੀ ਲੈ ਤੇ ਮਾਲਕ ਦੇ ਨਾਲ ਭਗਤੀ ਕਰ, ਦੇਖ ਕੇ ਭਗਤੀ ਕਰ। ਹੁਣ ਪਤੀ ਦੀ ਦੇਖ ਕੇ ਚਾਹ ਦੇ ਨਾਲ ਸੇਵਾ ਕਰ, ਜਿੰਨੀ ਸੇਵਾ ਕਰ ਸਕਦੀ। ਤਬ ਰਸ ਮੰਗਲ ਗੁਣ ਗਾਵੋ। ਪਤੀ ਦਾ ਸਾਥ, ਪਤੀ ਦਾ ਰਸ, ਪਤੀ ਦਾ ਸਾਥ ਲੈ। ਹੁਣ ਉਹ ਮਾਲਕ ਪਰਮਾਤਮਾ ਦਾ ਆਤਮਾ ਦਾ ਸਾਥ ਲੈ, ਆਤਮਾ 'ਚ ਸੁਰਤ ਟਿਕਾ ਕੇ ਜਿਹੜਾ ਹੈਗਾ ਹੁਣ ਦੁਨੀਆ ਦੇ ਵਿੱਚ ਵਿਚਰ। ਤਬ ਰਸ ਮੰਗਲ ਗੁਣ ਗਾਵੋ, ਆਨੰਦ ਰੂਪ ਧਿਆਵੋ। ਕਹਿੰਦੇ ਉਹ ਆਨੰਦ ਰੂਪ ਹੈਗਾ, ਉਹਦਾ ਧਿਆਨ ਕਰ ਪਾਏ, ਉਹਦਾ ਧਿਆਨ ਕਰ ਮਾਲਕ ਪਰਮਾਤਮਾ ਦਾ। ਇਸ ਤਰੀਕੇ ਦੇ ਨਾਲ ਪਾਈ ਤੇਰੀ ਹਉਮੈ ਜਾਏਗੀ ਔਰ ਪੂਰਨ ਰੂਪ ਦੇ ਵਿੱਚ ਹਉਮੈ ਚਲੇ ਜਾਏਗੀ। ਅਤੇ ਅੱਗੇ ਕਹਿੰਦੇ ਮਹਾਰਾਜ ਨਾਨਕ ਦੁਆਰੇ ਆਇਓ। ਲਓ ਆ ਗਏ ਦੁਆਰ 'ਤੇ, ਆਹ ਨੁਕਤਾ ਲੈ ਲਿਆ ਸਹੇਲੀ ਕੋਲੋਂ ਔਰ ਲੈ ਕੇ ਅਭਿਆਸੀ ਜਿਹੜਾ ਹੈਗਾ ਉਹਨੂੰ ਤਾਂ ਨੁਕਤਾ ਚਾਹੀਦਾ ਸੀ ਭਾਈ। ਉਹ ਤਾਂ ਜਿਸ ਤਰ੍ਹਾਂ ਬੋਚ ਲਿਆ ਉਹਨੇ, ਉੱਪਰ ਦੇ ਉੱਪਰ ਹੀ ਬੋਚ ਲਿਆ, ਗੱਲ ਫੜ ਲਈ ਔਰ ਅਮਲ ਸ਼ੁਰੂ ਕਰ ਦਿੱਤਾ। ਆ ਗਏ ਦੁਆਰ 'ਤੇ, ਨਾਨਕ ਦੁਆਰੇ ਆਇਓ ਤਉ ਮੈਂ ਲਾਲਨ ਪਾਇਓ ਰੀ। ਕਹਿੰਦੇ ਮੈਂ ਵੀ ਪਾ ਲਿਆ ਲਾਲਨ। ਇਸ ਤਰੀਕੇ ਦੇ ਨਾਲ ਆਇਆ, ਭਗਤੀ ਪਾਈ। ਪੰਜਵੀਂ ਪਾਤਸ਼ਾਹੀ ਆਪਣੇ ਤੇ ਲਾ ਕੇ ਕਹਿ ਰਹੀ ਹੈ, ਨਾਨਕ ਦੁਆਰੇ ਆਇਓ ਤਉ ਮੈਂ ਲਾਲਨ ਪਾਇਓ ਰੀ। ਮੋਹਨ ਰੂਪ ਦਿਖਾਵੈ ਅਬ ਮੋਹ ਨੀਂਦ ਸੁਹਾਵੈ। ਕਹਿੰਦੇ ਬਸ ਉਹ ਮਾਲਕ ਪਰਮਾਤਮਾ ਨੇ ਮੈਨੂੰ ਜਿਹੜਾ ਹੈਗਾ ਦਿਖਾ ਦਿੱਤਾ। ਮੇਰੀ ਆਤਮਾ ਪ੍ਰਗਟ ਹੋ ਗਈ, ਆਤਮਾ ਪਰਮਾਤਮਾ ਪ੍ਰਗਟ ਹੋ ਗਿਆ, ਦਿਖਾਤਾ ਜਿਹੜਾ ਹੈਗਾ ਨਿਰਗੁਣ ਸਰੂਪ
ਦਿਖਾਤਾ ਉਹਨੇ ਮਾਲਕ ਪਰਮਾਤਮਾ ਨੇ, ਜਿਹੜਾ ਸਾਰੀ ਸ੍ਰਿਸ਼ਟੀ ਦੇ ਵਿੱਚ ਜਲ ਥਲ ਆਕਾਸ਼ ਮਹੀਲ ਹਰ ਜਗ੍ਹਾ ਤੇ ਅਵੇਲੇਬਲ ਹੈਗਾ, ਅੰਦਰ ਆਪਣੇ ਬਾਹਰ ਹਰ ਜਗ੍ਹਾ ਤੇ ਉਹ ਮਾਲਕ ਪਰਮਾਤਮਾ ਦਾ ਔਰ ਉਹ ਸਰੂਪ ਦਿਖਾ ਦਿੱਤਾ। ਮੋਹਨ ਰੂਪ ਦਿਖਾਵੇ ਅਬ ਮੋਏ ਨੀਂਦ ਸੁਹਾਵੇ। ਕਹਿੰਦੇ ਹੁਣ ਮੇਰਾ ਚੈਨ ਆ ਗਿਆ ਵਾਪਸ ਪਾਏ, ਹੁਣ ਮੈਨੂੰ ਸਾਰਾ ਕੁਝ ਚੰਗਾ ਲੱਗਦਾ ਹੈ। ਅਬ ਮੋਏ ਨੀਂਦ ਸੁਹਾਵੇ, ਮੈਨੂੰ ਹੁਣ ਜਿਹੜਾ ਹੈਗਾ ਦੁਨੀਆ ਦੇ ਵਿੱਚ ਹੈਗਾ, ਮਾਇਆ ਦੇ ਵਿੱਚ ਹੈ, ਸਾਰਾ ਕੁਝ ਜਿਹੜਾ ਹੈ ਸਾਰਾ ਪਾਸੇ ਹਰ ਪਾਸੇ ਉਹ ਮਾਲਕ ਪਰਮਾਤਮਾ ਹੀ ਪਰਮਾਤਮਾ, ਉਹਦਾ ਨਿਰਗੁਣ ਸਰੂਪ ਨਜ਼ਰ ਆਉਂਦਾ। ਕਹਿੰਦੇ ਸਾਰਾ ਮੈਨੂੰ ਵਧੀਆ ਲੱਗਦਾ ਹੁਣ। ਮੋਹਨ ਰੂਪ ਦਿਖਾਵੇ ਅਬ ਮੋਏ ਨੀਂਦ ਸੁਹਾਵੇ, ਸਭ ਮੇਰੀ ਤਿਖਾ ਬੁਝਾਨੀ, ਮੇਰੀ ਸਾਰੀ ਦੀ ਸਾਰੀ ਪਿਆਸ ਤ੍ਰਿਪਤ ਹੋ ਗਈ। ਗਿਆਨ ਇੰਦਰੀਆਂ, ਕਰਮ ਇੰਦਰੀਆਂ ਸਾਰੀਆਂ ਜਿਹੜੀਆਂ ਹੈਗੀਆਂ ਇੱਕਦਮ ਜਿਹੜਾ ਜਿਵੇਂ ਪਾਲਤੂ ਕੁੱਤਾ ਹੁੰਦਾ ਟਿਕ ਕੇ ਬਹਿ ਜਾਂਦਾ, ਸਾਰੇ ਬੈਠ ਗਏ। ਮਨ ਦੇ ਵਿੱਚ ਕੋਈ ਵਿਚਾਰ ਨਹੀਂ, ਪ੍ਰੈਜ਼ੈਂਟ ਦੇ ਵਿੱਚ ਕੋਈ ਪਾਸਟ ਨਹੀਂ, ਕੋਈ ਫਿਊਚਰ ਨਹੀਂ, ਬਸ ਪ੍ਰੈਜ਼ੈਂਟ ਦੇ ਵਿੱਚ। ਕੋਈ ਜੋ ਵੀ ਕਰਮ ਕਰਦਾ ਹੈ ਅਭਿਆਸੀ, ਜੋ ਵੀ ਕਰੂਗਾ ਕੋਈ ਉਹਦਾ ਨਾ ਕੋਈ ਪੁੰਨਿਆ ਨਾ ਪਾਪ ਆ, ਨਾ ਕੋਈ ਲੇਖਾ ਹੈ ਨਾ ਕੋਈ ਜੇਖਾ ਹੈ, ਕੁਛ ਨਹੀਂ। ਮੋਹਨ ਰੂਪ ਦਿਖਾਵੇ ਅਬ ਮੋਹੇ ਨੀਂਦ ਸੁਹਾਵੇ, ਸਭ ਮੇਰੀ ਦਿਖਾ ਬੁਝਾਨੀ ਅਬ ਮੈਂ ਸਹਿਜ ਸਮਾਨੀ। ਆ ਲਓ ਸਹਿਜ ਅਵਸਥਾ ਇਹਨੂੰ ਕਹਿੰਦੇ, ਆਤਮਿਕ ਅਡੋਲਤਾ। ਅਡੋਲ ਤਰਾਜੂ ਦਾ ਬਿਲਕੁਲ ਸੈਂਟਰ ਪੋਰਸ਼ਨ ਆ ਗਿਆ ਜਿੱਥੋਂ ਫੜਦੇ ਆ। मोहन रूप दिखावे अब मोहे नींद सुहावे, सब मेरी तिखा बुझानी अब मैं सहज समानी, मीठी पिरें कहानी। कहते बड़ी वधिया बड़ी मिठी है भाई, ये परमात्मा दे मिलाप दी जिहड़ी यात्रा हैगी ये भी बड़ी मिठी है भाई, बड़ी मिठी हैगी। मोहन लालन पायो री, कहते ओ मेरा प्यारा लाल मेरा जिहड़ा मालक परमात्मा इस तरीके दे नाल मैं पा लिया। रहाव दूजा, दो रहाव लगे ਇਹਦੇ ਵਿੱਚ। ਪਹਿਲਾ ਕੁਐਸਚਨ ਸੀਗਾ ਰਹਾव ਦੇ ਵਿੱਚ ਬਈ ਨਹੀਂ ਰਿਹਾ ਜਾਂਦਾ, ਨਹੀਂ ਰਿਹਾ ਜਾਂਦਾ, ਉਡੀਨੀ 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 ਕਬ ਕਰ ਆਵੇ ਰੀ। ਪਹਿਲਾ ਰਹਾव ਸੀ ਮੋਹਨ ਮੋਹਨ ਨੀਂਦ ਨਾ ਆਵੇ ਹਾਵੇ, ਹਾਰ ਕਜਰ ਵਸਤਰ ਆਭਰਨ ਕੀਨੇ, ਉਡੀਨੀ 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 ਕਬ ਕਰ ਆਵੇ ਰੀ ਰਹਾव। ਆਖਰੀ ਦੇ ਵਿੱਚ ਦੱਸਤਾ ਪਾਏ ਇਸ ਤਰੀਕੇ ਦੇ ਨਾਲ ਉਹ ਮਾਲਕ ਪਰਮਾਤਮਾ ਆ ਗਿਆ। ਮੋਹਨ ਰੂਪ ਦਿਖਾਵੇ, ਦਿਖਾਤਾ ਉਹਨੇ ਆਪਣਾ ਨਿਰਗੁਣ ਸਰੂਪ। ਅਬ ਮੋਏ ਨੀਂਦ ਸੁਹਾਵੇ, ਦੇਖੋ ਰੂਪ ਹੈਗਾ, ਨਿਰਗੁਣ ਸਰੂਪ ਹੈਗਾ, ਉਹ ਇਹਨਾਂ ਅੱਖਾਂ ਦੇ ਨਾਲ ਨਹੀਂ ਦਿਸਦਾ, ਆਤਮਾ ਨਹੀਂ ਦਿਸਦੀ। ਜਦ ਤੱਕ ਜੋ ਆਕਾਰ ਪਾਇਆ ਮਾਇਆ ਪਾਈ ਇਹਦੇ ਵਿਚਾਰ ਨਹੀਂ ਬੰਦ ਹੁੰਦੇ, ਜਦ ਤੱਕ ਆਪਣੀ ਹੋਂਦ ਨਹੀਂ ਮਿਟਦੀ ਤਦ ਤੱਕ ਗੱਲ ਬਣੇਗੀ ਨਹੀਂ, ਤਦ ਤੱਕ ਯਾਤਰਾ ਹੈਗੀ। मोहन रूप दिखावे अब मोहे नींद सुहावे, सब मेरी तिखा बुझानी अब मैं सहज समानी, मीठी पिरें कहानी मोहन लालन पायो री रहाव दूजा। ये 128 शब्द हो गए। ये पंजी पातशाही दे एक शब्द होर हैगा, ये जिहड़ा हैगा इसे लड़ी दा दूसरा शब्द हैगा। इस तो अगे की है पाए बिलावल महला पंजवा, मोरी आहंग जाए दर्शन पावत हे। दोनों इक्को जे हैगे पाए, इधरों हमें गई इधरों दर्शन हो गए। कहते दर्शन पा गए, हौमे 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 खत्म, मेरी अपनी होंद गई। बूंद पानी दे विच सागर दे विच है, सागर दा रूप हो गई। आ हौमे ही हैगी जिहड़ी आपां तो सागर तो वख हैगे आपां। मोरी आहंग जाए दर्शन पावत है, राचो नाथ ही सहाय संतना। कहते भाई ये ज्ञान लैण वालिओ देर ना करो, मनुखी शरीर पाया ने चले जाना है। ये एक एक श्वास जिहड़ा हैगा एक एक सेकंड दे नाल अपनी जिहड़ी हैगी उम्र ये डोर घट रही है भाई। उस नाथ दे नाल ओहदी शरण च जाओ, वो संतां दा सहाई हैगा भाई। साधना करो साधना करो। संत संत जिहड़े हैगे उन्होंने कहते संत जिहदे अंदर शांति आ गई भाई। राचो नाथ ही सहाई संत ना, अब चरण गए जिन्हां नूं शांति चाहिदी है भाई, उन्हां नूं कह रहे भाई राचो ना देर करो, नाथ दे नाल परमात्मा दे नाल सारियां दा जिहड़ा हैगा
ਉਹ ਸਹਾਇਕ, ਸਾਰਿਆਂ ਦਾ ਜਿਹੜਾ ਹੈਗਾ ਆਸਰਾ ਦੇਣ ਵਾਲਾ ਹੈ, ਸੰਤਾਂ ਦਾ ਸਹਾਇਕ। ਅਬ ਚਰਨ ਗਏ, ਕਹਿੰਦੇ ਬਸ ਫੜ ਲੈ ਚਰਨ ਮਾਲਕ ਪਰਮਾਤਮਾ ਦੇ। ਚਰਨ ਕੀ ਹੈ? ਜਿਹੜਾ ਜਿਹਨੇ ਬੰਦਗੀ ਸ਼ੁਰੂ ਕਰ ਦਿੱਤੀ, ਜਿਹਨੇ ਆਪਣੇ ਅੰਦਰ ਜਿਹੜਾ ਹੈਗਾ ਆਪਣੇ ਧਿਆਨ ਸ਼ੁਰੂ ਕਰਤਾ, ਵਿਚਾਰਾਂ ਨੂੰ ਦੇਖਣਾ ਸ਼ੁਰੂ ਕਰਤਾ, ਉਹ ਚਰਨ ਹੋ ਗਏ ਮਾਲਕ ਪਰਮਾਤਮਾ ਦੇ। ਚਰਨ ਤਾਂ ਉਹੀ ਧੁਨ ਹੈਗੀ ਭਾਈ, ਧੁਨ ਜਿਹਦੇ ਅੰਦਰ ਪ੍ਰਗਟ ਹੋ ਗਈ, ਉਹ ਚਰਨ ਫੜੇ ਗਏ। ਬਸ ਮਾਲਕ ਉਹ ਸ਼ੁਰੂ ਹੋ ਗਈ, ਮਤਲਬ ਜਿਹੜੀ ਹੈਗੀ ਆ ਇਹ ਆਕਾਰ ਤੋਂ ਰਹਿਤ ਜਿਹੜੀ ਹੈਗੀ ਆ, ਉਹ ਅਨਹਦ ਧੁਨੀ ਜਿਹੜੀ ਹੈਗੀ ਅੰਦਰ ਆ ਗਈ, ਉਹ ਚਰਨ ਹੈ ਪਰਮੇਸ਼ਰ ਦੇ। ਮੋਰੀ ਅਹੰਗ ਜਾਏ ਦਰਸ਼ਨ ਪਾਵਤ ਹੈ, ਰਾਜੋ ਨਾਥ ਹੀ ਸਹਾਈ ਸੰਤਨਾ, ਅਬ ਚਰਨ ਗਏ ਰਹਾਓ। आहे मन अवर न पावै, चरण आवे चरण आवे, उलझो अल मकरंद कमल ज्यों। ਜਿਹਨੂੰ ਉਹ ਚਰਨ ਫੜ ਗਏ, ਜਿਹਦੇ ਅੰਦਰ ਉਹ ਧੁਨੀ ਆ ਗਈ, ਜਿਹਦਾ ਮਨ ਜਿਹੜਾ ਟਰੈਪ ਹੋ ਗਿਆ ਉਸ ਧੁਨੀ ਦੇ ਵਿੱਚ। ਆਹੇ ਮਨ ਅਵਰ ਨਾ ਪਾਵੇ, ਕਹਿੰਦੇ ਮੈਨੂੰ ਨਹੀਂ ਹੁਣ ਚੰਗਾ ਲੱਗਦਾ ਭਾਈ। ਚਰਨ ਆਵੇ ਚਰਨ ਆਵੇ, ਮੈਨੂੰ ਤਾਂ ਉਹ ਧੁਨ ਚੰਗੀ ਲੱਗਦੀ ਆ, ਉੱਥੇ ਹੀ ਟਿਕਣਾ ਚੰਗਾ ਲੱਗਦਾ ਹੈ। ਇੱਕਦਮ ਮਸਤੀ ਆ ਜਾਂਦੀ ਆ, ਮਸਤੀ ਆ ਜਾਂਦੀ ਹੈ। ਆਹੇ ਮਨ ਅਵਰ ਨਾ ਪਾਵੇ, ਚਰਨ ਆਵੇ ਚਰਨ ਆਵੇ, ਉਲਝੋ ਅਲ ਮਕਰੰਦ ਕਮਲ ਜਿਉਂ। ਜਿਵੇਂ ਜਿਹੜਾ ਹੈਗਾ ਕਮਲ ਜਿਹੜਾ ਹੈਗਾ, ਭੌਰਾ ਜਿਹੜਾ ਹੈਗਾ, ਅਲ ਜਿਹੜਾ ਹੈਗਾ ਮਕਰੰਦ ਦੇ ਨਾਲ, ਕਮਲ ਦੇ ਫੁੱਲ ਦੇ ਵਿੱਚ ਜਿਹੜਾ ਹੈਗਾ ਉਹਦੇ ਅੰਦਰ ਉਹਦਾ ਮਕਰੰਦ ਜਿਹੜਾ ਹੈਗਾ ਚੂਸਦਾ ਹੈ। ਇਸ ਤਰ੍ਹਾਂ ਕਹਿੰਦੇ ਮੇਰੇ ਅੰਦਰ ਜਿਹੜਾ ਹੈਗਾ, ਮੇਰੇ ਅੰਦਰ ਇਸ ਤਰ੍ਹਾਂ ਦਾ, ਮੇਰੇ ਅੰਦਰ ਜਿਹੜਾ ਹੈਗਾ ਤਰੋ ਤਾਜ਼ਗੀ ਹੋ ਜਾਂਦੀ ਹੈ ਮੇਰੇ ਅੰਦਰ। ਮੈਨੂੰ ਤਾਂ ਉਸ ਤੋਂ ਇਲਾਵਾ ਹੁਣ ਕੁਛ ਚੰਗਾ ਨਹੀਂ ਲੱਗਦਾ। ਆਹੇ ਮਨ ਆਵਰ ਨਾ ਭਾਵੇ, ਚਰਨ ਆਵੇ ਚਰਨ ਆਵੇ, ਉਲਝਿਓ ਅਲ ਮਕਰੰਦ ਕਮਲ ਜਿਉਂ। ਜਿਸ ਤਰ੍ਹਾਂ ਭੌਰਾ ਜਾ ਕੇ ਫਸ ਜਾਂਦਾ ਉੱਥੇ, ਪਤਾ ਵੀ ਨਹੀਂ ਲੱਗਦਾ ਕਦੋਂ ਸੂਰਜ ਛੁਪ ਗਿਆ, ਕਦੋਂ ਕਮਲ ਦੀਆਂ ਪੰਖੜੀਆਂ ਹੌਲੀ 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 ਬੰਦ ਹੋ ਗਈਆਂ, ਵਿਚਾਰਾ ਉੱਥੇ ਖਤਮ ਹੋ ਜਾਂਦਾ। ਉਹਨਾਂ ਨੇ ਫਿਰ ਸਵੇਰੇ ਖੁੱਲ੍ਹਣਾ ਹੈ, ਜਦ ਨੂੰ ਉਹਦਾ ਸਾਹ ਘੁੱਟ ਜਾਂਦਾ। ਆਹੇ ਮਨ ਆਵਰ ਨਾ ਪਾਵੇ, ਚਰਨ ਆਵੇ ਚਰਨ ਆਵੇ, ਉਲਝਿਓ ਅਲ ਮਕਰੰਦ ਕਮਲ ਜਿਉਂ। ਅਨਰਸ ਨਹੀਂ ਚਾਹੇ ਇੱਕ ਹਰ ਲਾਹੈ, ਕਹਿੰਦੇ ਹੋਰ ਕੁਛ ਨਹੀਂ ਚਾਹੀਦਾ। ਦੁਨੀਆ ਦੇ ਪਦਾਰਥ ਫਿੱਕੇ ਆ ਬਸ। ਉਹਨਾਂ ਦੀ ਜਿੰਨੀ ਕੁ ਜਿਹੜੀ ਸਰੀਰ ਨੂੰ ਜਿਹੜਾ ਹੈਗਾ ਇਹ ਜਿਉਂਦਾ ਰੱਖਣ ਵਾਸਤੇ, ਸਵਸਥ ਰੱਖਣ ਵਾਸਤੇ ਜ਼ਰੂਰਤ ਆ, ਓਨਾ ਕੁ ਡਿਮਾਂਡ ਆ, ਓਨੀ ਕੁ ਨੀਡ ਆ। ਅਨਰਸ ਨਹੀਂ ਚਾਹੇ ਇੱਕ ਹਰ ਲਾਹੈ, ਕਹਿੰਦੇ ਬਸ ਇੱਕੋ ਹੀ ਮਾਲਕ ਚਾਹੀਦਾ ਹੈ ਭਾਈ, ਉਹੀ ਲਾਹਾ ਚਾਹੀਦਾ ਹੈ ਮਾਲਕ ਪਰਮਾਤਮਾ ਦਾ। ਅੰਤੇ ਟੂਟੀਏ ਰਿਖ ਤੇ ਛੂਟੀਏ, ਬਸ ਇਸ ਤਰ੍ਹਾਂ ਅੰਤੇ ਟੁੱਟ ਗਿਆ ਬੰਦਾ। ਫਿਰ ਇਹ ਰਿਖ ਕੀ ਕਰ ਸਕਦੇ ਆ? ਗਿਆਨ ਇੰਦਰੀਆਂ ਕਰਮ ਇੰਦਰੀਆਂ ਕਹਿੰਦੇ, ਇਹਨਾਂ ਦੀ ਪਕੜ ਵੀ ਢਿੱਲੀ। ਨਹੀਂ ਤਾਂ ਇਹਨਾਂ ਨੇ ਜਿਹੜਾ ਹੈਗਾ ਦੇਖ ਲਓ ਗਿਆਨ ਦੇਈ ਜਾਣਾ। ਅੱਖਾਂ ਨੇ ਆਪਣਾ ਫੀਲਡ ਹੈ, ਦੀ ਕਿੰਨੇ ਰੂਪ ਹੈਗੇ ਦੁਨੀਆ ਦੇ, ਅਤੇ ਕੋਈ ਜੀਵ ਦੇ ਸਵਾਦ ਕਿੰਨੇ, ਕੰਨਾਂ ਦੇ ਕਿੰਨੇ, ਸਾਰੇ ਜਿਹੜੇ ਇੰਦਰੀਆਂ ਦੀ ਇਸ ਤਰ੍ਹਾਂ ਦੇ ਜਿਹੜੇ ਹੈਗੇ ਇਹਨਾਂ ਦੀ ਪਕੜ ਹੈਗੀ ਭਾਈ। ਇਹ ਇਸ ਤਰ੍ਹਾਂ ਜਿਹੜੇ ਹੈਗੇ ਇਹ ਤੀਰਾਂ ਦੇ ਨਾਲ ਜਿਹੜਾ ਹੈਗਾ ਇਨਸਾਨ ਨੂੰ ਬਿੰਨ ਕੇ ਰੱਖਦੀ ਹੈ ਮਾਇਆ, ਇਹ ਇੰਦਰੀਆਂ ਦੇ ਥਰੂ। ਅੰਤੇ ਟੂਟੀਏ ਰਿਖ ਤੇ ਛੂਟੀਏ, ਮਨ ਹਰ ਰਸ ਘੂਟੀਏ, ਸੰਗ ਸਾਧੂ ਉਲਟੀਏ। ਕਹਿੰਦੇ ਅੰਮ੍ਰਿਤ ਦਾ ਰਸ, ਇਹ ਮੇਰੇ ਮਨਾ ਹਰ ਰਸ, ਅੰਮ੍ਰਿਤ ਰਸ ਪੀ, ਅੰਮ੍ਰਿਤ ਰਸ ਘੁੱਟ ਲੈ, ਅੰਮ੍ਰਿਤ ਰਸ ਦੇ। ਗੁਰੂ ਦੀ ਸੰਗਤ, ਬ੍ਰਹਮ ਗਿਆਨੀ ਦੀ ਸੰਗਤ ਨਾ, ਮਾਇਆ ਦੇ ਜਿਹੜੇ ਪਦਾਰਥ ਸਵਾਦ, ਇਹਨਾਂ ਦੇ ਨਾਲ ਤਾਂ ਤੇਰਾ ਰਾਜ ਹੀ ਨਹੀਂ ਹੋ ਰਿਹਾ, ਤ੍ਰਿਪਤੀ ਨਹੀਂ ਆ ਰਹੀ ਤੈਨੂੰ ਆ ਤਾਂ ਲੈ ਤਾਂ ਸਹੀ, ਇੱਕ ਵਾਰੀ ਘੁੱਟ ਤਾਂ ਭਰਨਾ। ਮਨ ਹਰ ਰਸ ਘੂਟੀਏ, ਮਨ ਨੇ ਪੀਣਾ ਹੈ ਭਾਈ, ਮਨ ਨੇ ਪੀਣਾ ਹੈ। ਮਨ ਹਰ ਰਸ ਘੂਟੀਏ, ਸੰਗ ਸਾਧੂ ਉਲਟੀਏ। ਕਹਿੰਦੇ ਆਪਣੀ ਬਿਰਤੀ ਨੂੰ ਉਲਟਾ ਤਾਂ ਸਹੀ, ਸੰਗਤ ਤਾਂ ਕਰ, ਗੁਰੂ ਦੀ ਗੱਲ ਤਾਂ ਸੁਣਨਾ। ਅਨ ਨਾਹੀ ਰੇ, ਹੋਰ ਕੋਈ ਨਹੀਂ ਹੈਗਾ ਉਸ ਮਾਲਕ ਪਰਮਾਤਮਾ ਤੋਂ ਇਲਾਵਾ, ਔਰ ਹੋਰ ਕੋਈ ਤਰੀਕਾ ਹੀ ਨਹੀਂ ਹੈਗਾ, ਹੋਰ ਕੋਈ ਤਰੀਕਾ ਹੀ ਨਹੀਂ ਹੈਗਾ ਇਸ ਸੰਸਾਰ ਤੋਂ ਬਾਹਰ ਨਿਕਲਣ ਦਾ, ਇਹ ਜਨਮ ਮਰਨ ਤੋਂ ਬਾਹਰ ਨਿਕਲਣ ਦਾ, ਇਹ ਜੂਨਾਂ ਤੋਂ ਬਾਹਰ ਨਿਕਲਣ ਦਾ ਕੋਈ ਤਰੀਕਾ ਨਹੀਂ ਹੈਗਾ। ਅਨ ਨਾਹੀ ਰੇ, ਨਾਨਕ ਪ੍ਰੀਤ ਚਰਨ ਚਰਨ ਹੈ। ਉਹ ਮਾਲਕ ਪਰਮਾਤਮਾ ਦੇ ਸੋਹਣੇ ਧਿਆਨ ਰੂਪੀ ਸ਼ਬਦ ਰੂਪੀ ਚਰਨ, ਉਹ ਅਨਹਦ ਧੁਨੀ ਜਿਹੜੀ ਹੈਗੀ ਉਹਦੇ ਨਾਲ ਪਿਆਰ ਪਾਉਣ ਤੋਂ ਇਲਾਵਾ। ਅੱਜ ਪੰਜਵੀਂ ਪਾਤਸ਼ਾਹੀ ਦੇ ਜਿਹੜੀ ਹੈਗੇ ਸ਼ਬਦ ਜਿਹੜੇ ਇਸ ਦੇ ਵਿੱਚ ਜਿਹੜੇ ਹੈਗੇ ਇਹ ਜਿਹੜਾ ਬਿਲਾਵਲ ਰਾਗ ਦੇ ਵਿੱਚ ਇਹ ਪੂਰੇ ਹੋਏ। ਇਹ ਜਿਹੜੇ ਹੈਗੇ
ਇਹ ਆ ਦੋ ਸ਼ਬਦ ਸੀਗੇ, ਪਹਿਲਾ ਦੋ ਹੈ ਦੋ ਬੰਦਾਂ ਦਾ ਸੀ, ਦੂਸਰਾ ਦੋ ਡੰਡੀਆਂ ਉਹ ਜਿਹੜਾ ਦੋ ਪਦ ਸੀ ਪਦੇ ਸੀਗੇ ਇਹਦੇ ਵਿੱਚ, ਤੀਸਰਾ ਸੀਗਾ 129 ਸ਼ਬਦ ਇਸ ਇਹਦੇ ਵਿੱਚ ਹਾਲੇ ਤੱਕ ਪਿੱਛੇ ਤੱਕ ਜਿਹੜੇ ਹੈਗੇ ਪੰਜਵੀਂ ਪਾਤਸ਼ਾਹੀ ਦੇ ਹੋਏ ਆ, ਅਤੇ 146 ਟੋਟਲ ਸ਼ਬਦ ਹੋ ਗਏ ਇਹਦੇ ਵਿੱਚ ਜਿਹੜੇ ਹੈਗੇ ਪਹਿਲੀ ਪਾਤਸ਼ਾਹੀ ਦੇ ਵੀ ਹੈਗੇ ਆ, ਹੋਰ ਵੀ ਜਿਹੜੇ ਹੈਗੇ ਪਾਤਸ਼ਾਹੀਆਂ ਦੇ ਸ਼ਬਦ ਸਾਰੇ ਮਿਲਾ ਕੇ 146 ਹੋ ਗਏ। ਇਹਦੇ ਵਿੱਚ ਇਹ ਸੀਲ ਬੰਦ ਆ, ਇਹ ਦੇਖੋ ਇਹਦੇ ਵਿੱਚ ਪੂਰਾ ਦਾ ਪੂਰਾ ਇਹਨੂੰ ਪੂਰਾ ਇਹਦੇ 'ਚ ਇੰਟਰਲਾਕਿੰਗ ਕਰ ਦਿੱਤੀ, ਕੋਈ ਸ਼ਬਦ ਐਡ ਨਹੀਂ ਕਰ ਸਕਦਾ, ਕੋਈ ਇਹਦੇ ਵਿੱਚ ਪਤਾ ਨਹੀਂ ਵਧਾ ਸਕਦਾ। ਇਸ ਕਰਕੇ ਸੁੱਚਾ ਗਿਆਨ ਜੇ ਜਿਹਾ ਗੁਰੂਆਂ ਦੇ ਮੂੰਹ ਤੋਂ ਆਇਆ, ਬ੍ਰਹਮ ਗਿਆਨੀਆਂ ਤੋਂ ਆਇਆ, ਉਸੇ ਤਰੀਕੇ ਦੇ ਨਾਲ ਇਹ ਕਹਿੰਦੇ ਵੀ ਸਿੱਖਾਂ ਦੇ ਗੁਰੂ ਤਾਂ ਜਿਹੜੇ ਹੈਗੇ ਇਹ ਗੁਰੂ ਗ੍ਰੰਥ ਸਾਹਿਬ ਜਿਹੜੇ ਹੈਗੇ ਇਹ ਜਾਗਤ ਜੋਤ ਆ ਭਾਈ। ਹਰ ਟਾਈਮ ਜਦ ਮਰਜੀ ਜਿਹੜਾ ਹੈਗਾ ਇਹ ਬੋਲਦਾ ਹੈ ਅਤੇ ਉਹੀ ਬ੍ਰਹਮ ਗਿਆਨੀ ਬੋਲਣ ਲੱਗ ਪੈਂਦੇ ਆ, ਸਿੱਧੇ ਬ੍ਰਹਮ ਗਿਆਨੀ ਬੋਲਦੇ ਆ ਭਾਈ। ਇਹਨਾਂ ਦੇ ਗੁਰੂ ਤਾਂ ਸਿੱਧੇ ਬੋਲਦੇ ਆ, ਇਹ ਤਾਂ ਕਿਤੇ ਗਏ ਹੀ ਨਹੀਂ ਹੈਗੇ। ਇਸ ਕਰਕੇ ਇਹਨੂੰ ਜਾਗਤ ਜੋਤ ਕਹਿੰਦੇ ਆ ਭਾਈ। ਰਾਗ ਬਿਲਾਵਲ ਅੱਗੇ ਸਮਾਂ ਹੈਗਾ, ਨੌਵੀਂ ਪਾਤਸ਼ਾਹੀ ਦੇ ਸ਼ਬਦ ਆਪਾਂ ਲਈਏ। ਰਾਗ ਬਿਲਾਵਲ ਮਹੱਲਾ ਨੌਵਾਂ। ਦੁੱਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਦੁੱਖ ਹਰਤਾ ਹਰ ਨਾਮ ਪਛਾਨੋ। ਦੇਖ ਲਓ ਫਿਰ ਵਾਪਸ ਗੱਲ ਉੱਥੇ ਹੀ ਆਉਣੀ ਆ। ਜਿਹੜੇ ਮਰਜੀ ਬ੍ਰਹਮ ਗਿਆਨੀ ਦੀ ਬਾਣੀ ਲੈ ਲਓ, ਜਿਹਨੇ ਦੁਨੀਆ ਦੀ ਯਾਤਰਾ ਕੀਤੀ ਹੋਈ ਆ, ਜਿਹੜਾ ਆਕਾਰ ਤੋਂ ਜਿਹੜਾ ਹੈਗਾ ਪ੍ਰਕਿਰਤੀ ਤੋਂ ਉੱਪਰ ਇਹਦੀ ਕੈਦ, ਪ੍ਰਕਿਰਤੀ ਦੇ ਜਾਲ 'ਚੋਂ ਜਿਹੜਾ ਵੀ ਉੱਡ ਗਿਆ, ਉਹਨੇ ਆਹੀ ਗੱਲ ਕਹਿਣੀ ਆ ਭਾਈ। ਆਹੀ ਇੱਕ ਰਸਤਾ ਹੈਗਾ, ਹੋਰ ਕੋਈ ਰਸਤਾ ਨਹੀਂ ਹੈਗਾ। ਧਿਆਨ ਸਿਮਰਨ ਤੋਂ ਇਲਾਵਾ, ਨਾਮ ਤੋਂ ਇਲਾਵਾ ਕੋਈ ਰਸਤਾ ਨਹੀਂ ਹੈਗਾ। ਦੁੱਖ ਹਰਤਾ ਹਰ ਨਾਮ ਪਛਾਨੋ, ਕਹਿੰਦੇ ਪਛਾਣ ਲਾ ਪਿਆਰਿਆ, ਆਹੀ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ ਪਿਆਰਿਆ। ਜਦ ਤੱਕ ਤੂੰ ਮਾਕਾਰ ਦੇ ਵਿੱਚ ਹੈ, ਮਾਇਆ ਦੇ ਵਿੱਚ ਹੈ, ਤੇਰੇ ਜੀਵਨ ਦੇ ਵਿੱਚ ਮਾਲਕ ਪਰਮਾਤਮਾ ਨਹੀਂ ਹੈਗਾ, ਭਗਤੀ ਨਹੀਂ ਹੈਗੀ, ਤੇ ਪਿਆਰਿਆ ਦੁੱਖ ਹੈਗੇ। ਇਹ ਮਾਇਆ ਜਿਹੜੀ ਮਾਇਆ ਜੀਵੜ ਦੁੱਖ ਨਾ ਕੋਈ, ਇਹਦੇ ਬਰਾਬਰ ਦਾ ਤਾਂ ਕੋਈ ਦੁੱਖ ਨਹੀਂ ਹੈਗਾ। ਤੂੰ ਇਹਨੂੰ ਸੁੱਖ ਸਮਝ ਰਿਹਾ, ਇਸੇ ਨੇ ਇਹਨੂੰ ਤੂੰ ਸਮਝ ਰਿਹਾ ਵੀ ਇਹੀ ਸੁੱਖ ਹੈਗੇ ਆ। ਦੁੱਖ ਹਰਤਾ ਹਰ ਨਾਮ ਪਛਾਨੋ, ਕਹਿੰਦੇ ਪਰਮੇਸ਼ਰ ਦਾ ਨਾਮ ਆ ਪਿਆਰਿਆ, ਪਰਮੇਸ਼ਰ ਦਾ ਨਾਮ ਆ, ਪਛਾਣ ਲਾ, ਇਹਨੂੰ ਪਛਾਣ ਲਾ, ਆਪਣੇ ਜੀਵਨ 'ਚ ਲੈ ਕੇ ਆ ਭਗਤੀ ਨੂੰ। ਅਜਾਮਲ ਗਨਕਾ ਜਹ ਸਿਮਰਤ ਮੁਕਤ ਪਾਏ ਜੀ ਜਾਨੋ ਰਹਾਓ। ਦੇਖ, ਸੋਚ, ਆਪਣੇ ਜੀ ਦੇ ਵਿੱਚ ਮਨ ਦੇ ਵਿੱਚ ਵਿਚਾਰ ਕਰਕੇ ਦੇਖ। ਅਜਾਮਲ ਜਿਹੜਾ ਹੈਗਾ ਕਿੰਨਾ ਜਿਹੜਾ ਪਾਪੀ ਸੀਗਾ, ਗਨਕਾ ਜਿਹੜੀ ਸੀਗੀ ਜਿਹੜੀ ਹੈਗੀ ਪ੍ਰੋਸਟੀਟਿਊਟ, ਕਹਿੰਦੇ ਦੇਖ ਕਿੰਨੇ ਜਿਹੜੇ ਹੈਗੇ ਕਿਸ ਲੈਵਲ ਤੱਕ ਜਿਹੜੇ ਹੈਗੇ ਉਹ ਨੈਗੇਟਿਵ ਸੀਗੇ। ਉਹ ਵੀ ਜਿਹੜੇ ਹੈਗੇ ਜੇ ਸਿਮਰਤ ਮੁਕਤ ਪਾਏ, ਉਹ ਵੀ ਮੁਕਤ ਹੋ ਗਏ ਭਾਈ। ਉਹ ਵੀ ਚੌਥੇ ਪਦ, ਉਹਨਾਂ ਨੇ ਵੀ ਜਿਹੜੇ ਹੈਗੇ ਪਰਮਾਤਮਾ ਦੇ ਨਾਲ, ਮਾਲਕ ਪਰਮਾਤਮਾ ਪ੍ਰਗਟ ਹੋ ਗਿਆ ਉਹਨਾਂ ਦੇ ਅੰਦਰ। ਆਪਣੇ ਜੀ ਦੇ ਨਾਲ ਵਿਚਾਰ ਕਰਕੇ ਸੋਚ ਲਾ, ਉਹ ਆ ਨਾਮ ਇਹ, ਉਹ ਆ ਉਹਨਾਂ। ਇੰਨੇ ਨੈਗੇਟਿਵ ਤੋਂ ਨੈਗੇਟਿਵ ਬੰਦਾ ਕੋਈ ਵੀ ਆ ਸਕਦਾ ਹੈ ਭਾਈ। ਬਾਣੀ ਕਹਿੰਦੀ ਹੈ ਭਾਈ ਇੱਕ ਵਾਰੀ ਜਿਹੜਾ ਹੈਗਾ ਸੋਚ ਵਿਚਾਰ ਕਰ ਲਾ, ਔਰ ਇਸ ਰਸਤੇ 'ਤੇ ਤੁਰਨ ਦਾ ਜਿਹੜਾ ਹੈਗਾ ਤੇਰੇ ਅੰਦਰ ਮਾਦਾ ਹੋਣਾ ਚਾਹੀਦਾ। ਇਹ ਨਹੀਂ ਹੈ ਖਾਲੀ ਜਿਹੜੇ ਗੱਲਾਂ ਦੇ ਨਾਲ ਜਿਹੜਾ ਹੈਗਾ ਖਾਲੀ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਸਵਾਦ ਲੈਣ ਵਾਸਤੇ ਜਿਹੜਾ ਨਾ, ਇਸ ਤਰ੍ਹਾਂ ਨਾ ਕਰੀ ਭਾਈ। ਦੁੱਖ ਹਰਤਾ ਹਰ ਨਾਮ ਪਛਾਨੋ, ਅਜਾਮਲ ਗਨ ਕਾ ਜਹ ਸਿਮਰਤ ਮੁਕਤ ਪਾਏ ਜੀ ਜਾनो रहाओ। गज की त्रास मिटी छिन हूँ मैं जब ही राम बखानो। ਇਹ ਗੱਜ ਜਿਹੜਾ ਸੀਗਾ ਇਹ ਗਵਈਆ ਸੀਗਾ, ਇਹ ਗੰਧਰਵ ਉਹਨਾਂ ਦਾ ਜਿਹੜਾ ਹੈ ਦੇਵਤਿਆਂ ਦਾ, ਉਹਨੂੰ ਜਿਹੜਾ ਹੈ ਕੋਈ ਸ਼ਰਾਪ ਹੋ ਗਿਆ, ਉਹਦੇ ਨਾਲ ਜਿਹੜਾ ਹੈਗਾ ਇਹ ਜੂਨ ਦੇ ਵਿੱਚ ਆ ਗਿਆ। ਅਤੇ ਉਹ ਫਿਰ ਜਿਹੜਾ ਹੈਗਾ ਇਹਨੂੰ, ਕਿਉਂਕਿ ਜੇ ਹਾਥੀ ਕਹੀਏ ਇਹਦੇ 'ਤੇ ਗੱਜ ਲਗਾਈ ਹੈ ਵੀ ਗੱਜ ਨੇ ਜਿਹੜਾ ਹੈਗਾ ਗਜ ਕੀ ਤਰਾਸ ਮਿਟੀ ਛਿਨ ਹੂੰ ਮੈਂ ਜਬ ਹੀ ਰਾਮ ਬਖਾਨੋ, ਕਿ ਤਾਂ ਹਾਥੀ ਕਿਵੇਂ ਰਾਮ ਬਖਾਨ ਲੂਗਾ ਭਾਈ। ਹਾਥੀ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਤਾਂ ਗਲਤ ਹੋ ਜਾਏਗਾ ਭਾਈ। ਉਹਨੂੰ ਮਨੁੱਖਾ ਜੂਨ ਮਿਲੀ, ਉਹਦੇ ਵਿੱਚ ਉਹਨੇ ਭਗਤੀ ਕੀਤੀ ਅਤੇ ਉਹਦੀ ਤਰਾਸ ਮਿਟ ਗਈ। ਗਜ ਕੀ ਤਰਾਸ ਮਿਟੀ ਛਿਨ ਹੂੰ ਮੈਂ ਜਬ ਹੀ ਰਾਮ ਬਖਾਨੋ। ਰਾਮ ਤਾਂ ਮਨੁੱਖ ਜੂਨ ਦੇ ਵਿੱਚ ਹੀ ਬਖਾਣਿਆ ਜਾ ਸਕਦਾ ਹੈ ਭਾਈ। ਨਾਰਦ ਕਹਿਤ ਸੁਨਤ ਤਰੂ ਬਾਰਕ ਭਜਨ ਮਾਹੇ ਲਪਟਾਨੋ, ਕਹਿੰਦੇ ਜਿਵੇਂ
ਦੇਖੋ ਇੱਕ ਛੋਟਾ ਜਿਹਾ ਬੱਚਾ ਹੈਗਾ ਧਰੂ, ਨਾਰਦ ਜੀ ਨੇ ਉਹਨੂੰ ਬਚਨ ਕਰ ਦਿੱਤੇ, ਭਗਤੀ ਨਾਰਾਇਣ ਨਾਰਾਇਣ ਮਾਲਕ ਪਰਮਾਤਮਾ ਦੀ ਭਗਤੀ ਦੀ ਗਿਆਨ ਭਜਨ ਦਾ ਗਿਆਨ ਦੇ ਦਿੱਤਾ ਉਹਨੂੰ, ਤੇ ਲਿਪਟ ਗਿਆ ਭਾਈ ਭਜਨ ਦੇ ਵਿੱਚ। ਨਾਰਦ ਕਹਿਤ ਸੁਨਤ ਧਰੂ ਬਾਰਕ ਭਜਨ ਮਾਹੇ ਲਪਟਾਨੋ, ਅਚਲ ਅਮਰ ਨਿਰਭੈ ਪਦ ਪਾਇਓ ਜਗਤ ਜਾਹੇ ਹੈਰਾਨੋ। ਕਹਿੰਦੇ ਐਸਾ ਅਚਲ ਔਰ ਅਮਰ, ਹਮੇਸ਼ਾ ਵਾਸਤੇ ਅਮਰ ਹੋ ਗਿਆ, ਨਿਰਭੈ ਪਦ ਪਾ ਲਿਆ ਭਾਈ ਮਾਇਆ ਤੋਂ ਉੱਪਰ। ਜਗਤ ਜਾਹੇ ਹੈਰਾਨੋ, ਸੰਸਾਰ ਹੈਰਾਨ ਹੋ ਗਿਆ ਵੀ ਛੋਟਾ ਜਿਹਾ ਬੱਚਾ ਵੀ ਜਿਹੜਾ ਹੈਗਾ ਭਗਤੀ ਕਰਕੇ ਉਹ ਮਾਲਕ ਪਰਮਾਤਮਾ ਨੂੰ ਪਾ ਸਕਦਾ ਹੈ। ਨਾਨਕ ਕਹਿਤ ਭਗਤ ਰੱਛਕ ਹਰ ਨਿਕਟ ਤਾਹੇ ਤੁਮ ਮਾਨੋ। ਕਹਿੰਦੇ ਉਹ ਭਗਤਾਂ ਦੀ ਰੱਛਾ ਕਰਨ ਵਾਲਾ ਮਾਲਕ ਪਰਮਾਤਮਾ ਉਹ ਤੇਰੇ ਅੰਦਰ ਹੀ, ਆਤਮਾ ਤੇਰੇ ਅੰਦਰ ਹੀ ਬੈਠੀ ਹੋਈ ਆ ਪਿਆਰਿਆ, ਤੇਰੇ ਨੇੜੇ ਹੀ ਹੈਗੀ ਆ, ਤੇਰੇ ਨੇੜੇ ਹੀ ਹੈਗੀ, ਹਮੇਸ਼ਾ ਤੈਨੂੰ ਵਾਰਨਿੰਗ ਦਿੰਦੀ ਆ, ਤੈਨੂੰ ਬੁਰੇ ਦਾ ਭਲੇ ਦਾ ਤੈਨੂੰ ਦੱਸਦੀ ਆ, ਭਾਵੇਂ ਤੂੰ ਮੰਨੇ ਤੇ ਭਾਵੇਂ ਨਾ ਮੰਨੇ। ਨਾਨਕ ਕਹਿਤ ਭਗਤ ਰੱਛਕ ਹਰ ਨਿਕਟ ਤਾਹੇ ਤੁਮ ਮਾਨੋ। ਉਹਦੇ ਤਾਂ ਅੰਦਰ ਹੀ ਸਾਰੀ ਦੀ ਸਾਰੀ ਖੇਡ ਚੱਲ ਰਹੀ ਹੈ। ਆਪਾਂ ਤਾਂ ਆਤਮਾ ਨੂੰ ਪ੍ਰਗਟ ਕਰ ਲਓ, ਮਾਲਕ ਪਰਮਾਤਮਾ ਤਾਂ ਉਹਦੇ ਅੰਦਰ ਤਾਂ ਆਪਾਂ ਹੈਗੇ ਹੀ ਹੈਗੇ। ਪਰਮਾਤਮਾ ਤਾਂ ਸਾਰੇ ਸੰਸਾਰ ਦੇ ਵਿੱਚ ਆਤਮਾ ਪਤਾ, ਆਤਮਾ ਦਾ ਬੋਧ ਹੋ ਗਿਆ ਤੇ ਪਰਮਾਤਮਾ ਦਾ ਬੋਧ ਹੋ ਜਾਂਦਾ। ਬਿਲਾਵਲ ਮਹੱਲਾ 9ਵਾਂ। ਹਰ ਕੇ ਨਾਮ ਬਿਨਾ ਦੁੱਖ ਪਾਵੈ। ਕਹਿੰਦੇ ਦੇਖ ਲਾ ਪਿਆਰਿਆ, ਹਾਲੇ ਤੱਕ ਆਪਣਾ ਜੀਵਨ ਦੇਖ ਲਾ, ਕਿੰਨੀ ਕੁ ਉਮਰ ਭੋਗ ਲਈ ਆ, ਕਿਤੇ ਸੁਖੀ ਹੋਇਆ ਤੇ ਦੱਸ ਦੇ ਪਾਏ। ਨਾਮ ਤੋਂ ਬਗੈਰ ਤਾਂ ਪਾਏ ਦੁੱਖ ਹੀ ਦੁੱਖ ਹੈਗੇ। ਨਾਮ ਜਿਹੜੇ ਨਾਮ ਆਪਸ਼ਨ ਹੈ ਆਪਣੇ ਕੋਲ ਆ ਪਾਏ, ਭਾਵੇਂ ਨਾਮ ਵਾਲੇ ਪਾਸੇ ਚੱਲੀਏ, ਭਾਵੇਂ ਆਪਾਂ ਕਾਮ ਵਾਲੇ ਪਾਸੇ ਚੱਲੀਏ, ਕਾਮਨਾਵਾਂ ਵੱਲ ਚੱਲੀਏ, ਦੁਨੀਆ ਦੇ ਪਦਾਰਥਾਂ ਵੱਲ, ਮਾਇਆ ਪੰਜਾਂ ਤੱਤਾਂ ਵੱਲ ਚੱਲੀਏ, ਆਪਸ਼ਨ ਆਪਣੇ ਕੋਲ ਆ, ਚੁਆਇਸ ਆਪਣੀ ਹੈਗੀ। ਕਿਉਂਕਿ ਬਾਣੀ ਜਿਹੜੀ ਹੈਗੀ ਮਜਬੂਰ ਨਹੀਂ ਕਰੇਗੀ, ਬਾਣੀ ਜਿਹੜੀ ਹੈਗੀ ਕੋਈ ਕਿਸੇ ਨੂੰ ਮਜਬੂਰ ਨਹੀਂ ਕਰਦਾ। ਮਹਾਰਾਜ ਕਹਿੰਦੇ ਮੈਂ ਗੇਮ ਪਾਈ ਹੈ ਭਾਈ, ਫੇਅਰ ਗੇਮ ਹੈਗੀ ਆ, ਚੁਆਇਸ ਤੇਰੀ ਹੈਗੀ ਆ, ਦੋਨੋਂ ਰਸਤੇ ਹੈਗੇ ਆ, ਦੋਨੋਂ ਰਸਤੇ 'ਤੇ ਜਾ ਸਕਦਾ ਹੈ। ਉਹ ਮਾਇਆ ਦੇ ਤਾਂ ਕਿੰਨੇ ਰਸਤੇ ਆ ਸਵਾਦਾਂ ਦੇ, ਘੁੰਮ ਲਾ ਜੂਨਾਂ, 84 ਲੱਖ ਜੂਨਾਂ ਬਣਾਈਆਂ ਹੈ ਉਹਦੇ ਵਿੱਚ, ਇਸੇ ਵਾਸਤੇ ਬਣਾਈਆਂ ਸਾਰੀਆਂ। ਹਰ ਕੇ ਨਾਮ ਬਿਨਾ ਦੁੱਖ ਪਾਵੈ, ਭਗਤ ਬਿਨਾ ਸਹਸਾ ਨਾ ਚੁਕੈ, ਗੁਰੇ ਭੇਦ ਬਤਾਵੈ ਰਾਹੋ। ਗੁਰੂ ਭੇਦ ਦੱਸ ਰਹੇ ਭਾਈ, ਗਿਆਨ ਦੇ ਰਹੇ। ਪਰ 9ਵੀਂ ਪਾਤਸ਼ਾਹੀ ਕਹਿ ਰਹੀ ਹੈ ਲੇਟੈਸਟ ਬ੍ਰਹਮ ਗਿਆਨ ਹੈ ਜਿਨ੍ਹਾਂ ਦਾ, ਕੰਡੈਂਸਡ ਲੇਟੈਸਟ। ਕਹਿੰਦੇ ਗੁਰੂ ਆਪ ਭੇਦ ਦੀ ਗੱਲ ਦੱਸ ਰਿਹਾ ਪਾਏ ਬਈ ਭਗਤੀ ਤੋਂ ਬਗੈਰ ਤੇਰਾ ਸਹਿਮ ਨਹੀਂ ਟੁੱਟਣਾ, ਤੇਰਾ ਗੇੜਾ ਨਹੀਂ ਖਤਮ ਹੋਣਾ, ਇਸ ਤਰ੍ਹਾਂ ਹੀ ਕੋਲੂ ਦੇ ਬੈਲ ਵਾਂਗੂ ਚੱਲਦਾ ਰਹੇਗਾ। ਭਗਤ ਬਿਨਾ ਸਹਸਾ ਨਹਿ ਚੁਕੈ, ਗੁਰੇ ਭੇਦ ਬਤਾਵੈ ਰਾਹੋ। ਕਹਾ ਭਇਓ ਤੀਰਥ ਵਰਤ ਕੀਏ, ਰਾਮ ਸ਼ਰਨ ਨਹੀਂ ਆਵੈ। ਕਹਿੰਦੇ ਕੀ ਹੋ ਗਿਆ ਪਿਆਰਿਆ, ਇਹ ਤੀਰਥਾਂ 'ਤੇ ਜਾ ਕੇ ਵਰਤ ਕਰਕੇ, ਪਾਠ ਕਰਕੇ, ਹੋਰ ਜਿਹੜਾ ਸਾਰਾ ਕੁਛ ਕਰਕੇ, ਜੇ ਤੂੰ ਰਾਮ ਦੀ ਸ਼ਰਨ 'ਚ ਹੀ ਨਹੀਂ ਆਇਆ, ਜੇ ਤੂੰ ਨਾਮ ਵਾਲੀ ਗੱਲ ਤੇਰੇ ਅੰਦਰ ਆਈ ਹੀ ਨਹੀਂ, ਤੇਰੇ ਅੰਦਰ ਮਨ ਨੂੰ ਦੇਖਣ ਵਾਲੀ ਗੱਲ ਆਈ ਨਹੀਂ, ਤੇਰੇ ਅੰਦਰ ਤੇਰੇ ਵਿਚਾਰ ਬੰਦ ਕਰਨ ਵਾਲੀ ਗੱਲ ਤੇਰੇ ਅੰਦਰ ਆਈ ਨਹੀਂ, ਤੇ ਕੀ ਇਹਨਾਂ ਦੇ ਨਾਲ ਕੀ ਹੋ ਜਾਊਗਾ? ਇਹ ਭਗਤੀ ਥੋੜੀ ਨਾ ਹੈਗੀ। ਇਹ ਤਾਂ ਭਗਤੀ ਜਿਹੜੀ ਹੈਗੀ ਇਹ ਤਾਂ ਦੱਸਦੇ ਆ ਭਗਤੀ ਪਾਏ, ਇਹ ਤਾਂ ਗਿਆਨ ਹੈਗਾ। ਆਹ ਹੁਣ ਗਿਆਨ ਹੈਗਾ, ਆਪਾਂ ਇਹ ਗਿਆਨ ਲੈ ਰਹੇ ਹਾਂ ਤੇ ਆਪਣੇ ਅੰਦਰ ਜਿਹੜਾ ਆਪਾਂ ਨੂੰ ਗਿਆਨ ਆ ਰਿਹਾ ਹੈ, ਬਸ ਸਹੀ ਔਰ ਝੂਠ ਦਾ, ਕੱਚ ਔਰ ਸੱਚ ਦਾ ਫਰਕ ਆ ਰਿਹਾ ਆਪਣੇ ਅੰਦਰ। ਅੱਗੇ ਆਪਾਂ ਨੇ ਆਪਣੀ ਮਰਜ਼ੀ ਹੈ ਭਾਈ, ਕੱਚ ਨੂੰ ਫੜ ਲਈਏ ਜਾਂ ਸੱਚ ਦੇ ਨਾਲ ਜੁੜ ਜਾਈਏ। ਭਗਤੀ ਤਾਂ ਸਿਰਫ ਜਿਹੜੀ ਅੰਦਰ ਦੀ ਭਗਤੀ ਹੈ, ਮਨ ਦੀ ਭਗਤੀ ਹੈ, ਬਸ ਮਨ ਤੋਂ ਇਲਾਵਾ ਭਗਤੀ ਹੈ ਹੀ ਨਹੀਂ। ਤਨ ਦੀ ਤਾਂ ਭਗਤੀ, ਤਨ ਨੇ ਤਾਂ ਜਿਹੜਾ ਹੈਗਾ, ਤਨ ਤੋਂ ਤਾਂ ਆਪਾਂ ਨੇ ਇਹ ਗਿਆਨ ਇੰਦਰੀਆਂ, ਕਰਮ ਇੰਦਰੀਆਂ ਜਿਹੜੀਆਂ, ਇਹਨਾਂ ਤੋਂ ਤਾਂ ਛੁਟਕਾਰਾ ਲੈਣਾ ਹੈ। ਕਹਾ ਭਇਓ ਤੀਰਥ ਵਰਤ ਕੀਏ, ਰਾਮ ਸ਼ਰਨ ਨਹੀਂ ਆਵੈ। ਕਹਿੰਦੇ ਆਉਂਦਾ ਹੀ ਨਹੀਂ, ਭਗਤੀ ਵੱਲ ਹੁੰਦਾ ਹੀ ਨਹੀਂ ਆ, ਮਾਲਕ ਦੀ ਸ਼ਰਨ ਲੈਂਦਾ ਹੀ ਨਹੀਂ ਆ। ਮਾਲਕ ਕਹਿੰਦਾ ਆ ਜਾ ਮੇਰੇ ਕੋਲ, ਮੇਰਾ ਧਿਆਨ ਕਰ ਲਾ, ਤੇਰੇ ਵਿੱਚ ਇਹ ਮਾਇਆ ਤੋਂ ਛੁੱਟ ਜਾਏਗਾ। ਬਸ ਇੱਕ ਪਾਸੇ ਮਾਇਆ, ਇੱਕ ਪਾਸੇ ਮਾਇਆ, ਮਾਲਕ ਹੈਗਾ। ਕਹਿੰਦੇ ਮੈਂ ਹੀ ਜਿਹੜਾ ਹੈਗਾ ਇਹ ਟਰੈਪ ਪਾਈ ਹੋਈ ਹੈ, ਮੈਂ ਹੀ ਜਿਹੜਾ ਇਹ ਤਮਾਸ਼ਾ ਦਿਖਾ ਰਿਹਾ, ਤੂੰ ਜਾਦੂਗਰ ਨੂੰ ਪਛਾਣ। ਕਹਾ ਭਇਓ ਤੀਰਥ ਵਰਤ ਕੀਏ, ਰਾਮ ਸ਼ਰਨ ਨਹੀਂ ਆਵੈ, ਜੋਗ ਜਗ ਨਿਹਫਲ ਤੇਹ ਮਾਨੋ, ਜੋ ਪ੍ਰਭ ਜਸ ਬਿਸਰਾਵੈ। ਬਸ ਨੁਕਤੇ ਦੀ ਗੱਲ, 100 ਗੱਜ ਕਹਿੰਦੇ ਆ ਲੱਜ ਤੇ ਸਿਰੇ ਤੇ ਗੰਢ। ਕਹਿੰਦੇ
ਜੋ ਕੁਛ ਵੀ ਦੁਨੀਆ ਦੇ ਵਿੱਚ ਸੰਸਾਰ ਦੇ ਵਿੱਚ ਪਰਮਾਤਮਾ ਨੂੰ ਮਿਲਾਉਣ ਦਾ ਯੋਗ ਕਰਨ ਦਾ ਜੋ ਵੀ ਯੋਗ ਜਗ ਦੇ ਵਿੱਚ ਇਹ ਸਾਰੇ ਨੇਫਲ ਹੈਗੇ। ਜੇ ਪਰਮਾਤਮਾ ਦਾ ਜਸ ਨਹੀਂ ਹੈਗਾ, ਜੇ ਧਿਆਨ ਸਿਮਰਨ ਨਹੀਂ ਹੈਗਾ, ਜੇ ਮਾਲਕ ਦੀ ਬੰਦਗੀ ਨਹੀਂ ਹੈਗੀ, ਜੋਗ ਜਗ ਨੇਫਲ ਤੇ ਮਾਨੋ ਜੋ ਪ੍ਰਭ ਜਸ ਵਿਸਰਾਵੈ। ਮਾਨ ਮੋਹ ਦੋਨੋਂ ਕੋ ਪਰਹਰ ਗੋਬਿੰਦ ਕੇ ਗੁਣ ਗਾਵੈ। ਕਹਿੰਦੇ ਦੇਖ ਲਾ ਪਿਆਰਿਆ, ਦੁਨੀਆ ਦੀ ਵਡਿਆਈ ਔਰ ਇਹ ਪਦਾਰਥ, ਆਕਾਰ, ਰਚਨਾ, ਸੰਸਾਰ, ਸਵਾਦ, ਇਹਨਾਂ ਦਾ ਮੋਹ, ਆਪਣੇ ਸਰੀਰ ਦਾ ਮੋਹ, ਦੋਨਾਂ ਨੂੰ ਪਿੱਛੇ ਕੱਢ ਕੇ ਪਰਮੇਸ਼ਰ ਦੀ ਭਗਤੀ ਕਰਨੀ ਪੈਣੀ ਹੈ। ਮਨ ਨੇ ਭਗਤੀ ਕਰਨੀ ਆ, ਤਨ ਨੇ ਨਹੀਂ। ਤੇਰੇ ਤਨ ਦਾ ਹੈ ਮਾਨ ਤੇ ਮੋਹ। मान मोह दोनों को परहर गोविंद के गुण गावै। कहो नानक है बिद को प्राणी जीवन मुक्त कहावै। आया पाए इस तरह का जिहदा रूटीन हैगा, आ विधि हैगी जिद कोल, ये बिद को प्राणी मतलब जिद कोल आ नुकता हैगा, कहते इसे जीवन दे विच मुक्त है, मुक्त हो जाएगा पाए। होया जीवन मुक्त जिद कोल आ ध्यान सिमरन हैगा। बिलावल महला 9वां। जा मैं भजन राम को नाही। देखो हुण 3 शब्द हैगे, तीसरा शब्द है लड़ी का तीसरा मोती हैगा और आप इस तो बाद इत्थे स्टॉप करांगे। आखिरी शब्द है अज दा। जा मैं भजन राम को नाही, कहते जिहदे अंदर आ नुकता नहीं है, भजन नहीं है, उस मालक परमात्मा की बंदगी और भजन दे विच इत्थे नन्ने नूं औंकड़ लाई है महाराज ने। कबीर जी भी कहते हैं भजो गोविंद भूल मत जाओ, मानस जन्म का यही लाहो। फिर पंजवीं पातशाही कहती है पाए भज मन मेरे एको नाम। फिर जिहड़ा है पंजवीं पातशाही सुखमनी साहब च कहती है अवर करतूत सगली जम डाने, गोविंद भजन बिन तिल नहीं माने। कहते नहीं मानता पाए, बाकी सारा जम का डन हैगा। मालक जिहड़ा हैगा जम के द्वारा डन दिंदा है आपां नूं। जूना च जाना पऊगा पाए। वो भजन के बगैर एक तिल जिन्ना भी नहीं मानता। फिर सुखमनी साहब च कहते बाणी साथ ना चलदा बिन भजन, बगैर भजन तो तेरे नाल कोई चीज़ नहीं जाएगी। बस दुनिया चो नहीं ले जा सकता। जाणगे तेरे कर्म जो खेत शरीर च तू बीज रहा है वो दोनों नाल जाणगे तेरे, जो तेरे कर्म है। जे भजन हैगा उन्हां दे विच ते भजन जाऊगा प्यारिया नाल। साथ ना चाले बिन भजन विखिया सगली छार। आ जिहड़ी सारी दी सारी जोगा, जो रसकस, जो पदार्थ दुनिया दे, जो आकार, जो तेरा परिवार, सारा दा सारा ये मैटर हैगा, फिजिकल हैगा, ये छार हैगा भाई। ये इत्थे दे इत्थे ये खत्म हो जाएगा। साथ न चाले बिन भजन विखिया सगली छार। हर हर नाम कमावना नानक ए तन सार। आया तन, आया परमेश्वर का नाम तन। ये किवें कमाया जाता है? जद मन जिहड़ा हैगा माई मैं तन पायो हर नाम। यही पातशाही 9वीं पातशाही कह रही है। मन मेरो तावन ते छूटियो कर बैठो विश्राम। जद मन जिहड़ा हैगा विचार लहरां मन दियां बंद हो गईयां ते धन बन जाता है पाए। मन दौड़ना विचारां दे विच, ये विचार लैणे बंद कर दिते। ਆਪਾਂ 24 ਘੰਟੇ ਆਪਣਾ ਧਨ ਨਸ਼ਟ ਕਰਦੇ ਹਾਂ। ਸਵਾਸਾਂ ਦਾ ਧਨ ਵਿਚਾਰਾਂ ਦੇ ਵਿੱਚ ਆਪਾਂ ਜ਼ੀਰੋ ਕਰੀ ਜਾ ਰਹੇ, ਸਾੜੇ ਜਾ ਰਹੇ। ਆਪਣੇ ਆਪ ਜਿਹੜਾ ਹੈਗੇ ਇਹ ਚੰਦਨ ਦੇ ਲੱਕੜ ਨੂੰ ਸਾੜ ਰਹੇ ਆਪਾਂ। ਜਾਂ ਮੈਂ ਭਜਨ ਰਾਮ ਕੋ ਨਾਹੀ। ਆ ਭਜਨ ਹੈ ਪਾਏ, ਇਹਨੂੰ ਭਜਨ ਕਹਿੰਦੇ ਆ ਪਾਏ। ਬਾਰ-ਬਾਰ ਦੇਖੋ ਭਜਨ ਦੇ ਨੰਨੇ ਨੂੰ ਔਂਕੜ ਆ। ਇਹ ਭਜਨ ਕਹਿੰਦੇ ਅਸੀਂ ਵੀ ਤਾਂ ਭਜਨ ਹੀ ਕਰ ਰਹੇ ਹਾਂ। ਜਿਹੜੇ ਮੰਦਰ ਦੇ ਵਿੱਚ ਬੈਠੇ ਆ, ਗੁਰਦੁਆਰੇ ਬੈਠੇ ਆ, ਸਾਰੇ ਕਹਿੰਦੇ ਅਸੀਂ ਵੀ ਤਾਂ ਭਜਨ, ਸਾਰਾ ਕੁਛ ਸਾਰੀ ਹਰੇਕ ਧਰਮ ਦੇ ਵਿੱਚ ਕਹਿੰਦੇ ਅਸੀਂ ਵੀ ਭਜਨ ਕਰ ਰਹੇ। ਮਨ ਨੂੰ ਫੜਦੇ ਨਹੀਂ ਆ, ਉਹ ਭਜਨ ਕਰਦੇ ਆ ਪਾਏ। ਜਦ ਤੱਕ ਮਨ ਪਤੰਦਰ ਨਹੀਂ ਹੈਗਾ ਭਜਨ ਨਹੀਂ ਬਣਨਾ ਪਾਏ, ਭਜਨ ਨਹੀਂ ਬਣਨਾ। ਜਾਂ ਮੈਂ ਭਜਨ ਰਾਮ ਕੋ ਨਾਹੀ, ਤਹਿ ਨਰ ਜਨਮ ਅਕਾਰਥ ਖੋਇਆ, ਯਹ ਰਾਖੋ ਮਨ ਮਾਹੀ। ਕਹਿੰਦੇ ਚੰਗੀ ਤਰ੍ਹਾਂ ਆਪਣੇ ਮਨ ਦੇ ਵਿੱਚ ਬਿਠਾ ਕੇ ਰੱਖ ਲਾ। ਮਨੁੱਖੀ ਜੂਨ ਪਾਈ ਆ ਤੇ ਤੇਰੀ ਵੇਸਟ ਹੋ ਗਈ, ਸਮਝ ਲਾ ਵੇਸਟ ਹੋ ਗਈ। ਜਿਹਨੇ ਵੀ ਜਿਹਦੇ ਕੋਲ ਭਜਨ ਨਹੀਂ ਹੈਗਾ, ਬੰਦਗੀ ਨਹੀਂ ਹੈਗੀ, ਜਿਹੜਾ ਆਪਣੇ ਵਿਚਾਰ ਨਹੀਂ ਬੰਦ ਕਰ ਰਿਹਾ।
ਜਿਹੜਾ ਆਪਣੀ ਆਤਮਾ ਨੂੰ ਨਹੀਂ ਦੇਖ ਰਿਹਾ, ਆਤਮਾ ਵੱਲ ਨੂੰ ਯਾਤਰਾ ਨਹੀਂ ਕਰ ਰਿਹਾ। ਜਾਮੈ ਭਜਨ ਰਾਮ ਕੋ ਨਾਹੀ ਤਹ ਨਰ ਜਨਮ ਅਕਾਰਤ ਖੋਇਆ। ਉਸ ਇਨਸਾਨ ਨੇ ਆਪਣਾ ਜਨਮ ਵੇਸਟ ਕਰ ਦਿੱਤਾ, ਫਾਲਤੂ ਫਿਜ਼ੂਲ ਗਵਾ ਦਿੱਤਾ। ਯਹ ਰਾਖੋ ਮਨ ਮਾਹੀ, ਇਹਨੂੰ ਆਪਣੇ ਮਨ ਦੇ ਵਿੱਚ ਰੱਖ ਲਾ। ਰਹਾਓ ਤੀਰਥ ਕਰੇ ਵਰਤ ਪੁਨ ਰਾਖੈ, ਨਹਿ ਮਨੁਆ ਬਸ ਜਾਕੋ। ਆ ਗਿਆ ਮਨ, ਦੇਖ ਲਓ। ਕਹਿੰਦੇ ਤੀਰਥਾਂ ਤੇ ਜਾ ਰਿਹਾ, ਵਰਤ ਕਰ ਰਿਹਾ, ਹੋਰ ਬਥੇਰਾ ਕੁਛ ਕਰ ਰਿਹਾ ਹੈ। ਨਹਿਫਲ ਧਰਮ ਤਾਹੇ ਤੁਮ ਮਾਨੋ, ਸਾਚ ਕਹਿਤ ਮੈਂ ਯਾਕੋ। ਕਹਿੰਦੇ ਹੋਰ ਬਾਕੀ ਧਰਮ ਦੇ ਉੱਤੇ ਜੋ ਕੁਛ ਵੀ ਕਰ ਰਿਹਾ ਹੈ, ਜੋ ਕੁਛ ਵੀ ਕਰ ਰਿਹਾ ਹੈ ਪਿਆਰਿਆ, ਸਾਰਾ ਨਿਹਫਲ ਹੈਗਾ। ਜੇ ਤੇਰਾ ਮਨੁਆ ਜਿਹੜਾ ਹੈਗਾ, ਪਤੰਦਰ ਜਿਹੜਾ ਹੈਗਾ, ਇਹਦੇ ਉੱਤੇ ਤੇਰੀ ਦ੍ਰਿਸ਼ਟੀ ਨਹੀਂ ਹੈਗੀ। ਤੀਰਥ ਕਰੈ ਵਰਤ ਪੁਨ ਰਾਖੈ, ਨਹਿ ਮਨੁਆ ਬਸ ਜਾਕੋ। ਨਿਹਫਲ ਧਰਮ ਤਾਹੇ ਤੁਮ ਮਾਨੋ, ਸਾਚ ਕਹਿਤ ਮੈਂ ਯਾਕੋ। ਮੈਂ ਕਹਿੰਦੇ ਸੱਚ ਕਹਿ ਰਿਹਾ ਭਾਈ, ਸੱਚ ਕਹਿ ਰਿਹਾ, ਮੇਰੀ ਗੱਲ ਸਮਝ ਲਾ ਪਿਆਰਿਆ, ਸਮਝ ਲਾ। ਜੈਸੇ ਪਾਹਨ ਜਲ ਮੈਂ ਰਾਖਿਓ, ਭੇਦੇ ਨਾਹਿ ਤੇ ਪਾਣੀ। ਜੈਸੇ ਪਾਹਨ ਜਲ ਮੈਂ ਰਾਖਿਓ, ਜਿਵੇਂ ਕਹਿੰਦੇ ਪੱਥਰ ਨੂੰ ਪਾਣੀ ਦੇ ਵਿੱਚ ਰੱਖੀ ਰੱਖੋ, ਭਾਵੇਂ ਹਜ਼ਾਰ ਸਾਲ ਰੱਖੀ ਰੱਖੋ, ਉਹਦੇ ਅੰਦਰ ਪਾਣੀ ਨਹੀਂ ਵੜੇਗਾ ਭਾਈ। ਭੇਦੇ ਨਾਹਿ ਤੇ ਪਾਣੀ ਨਹੀਂ ਉਹਦੇ ਅੰਦਰ ਜਾਂਦਾ। ਇਸੇ ਤਰੀਕੇ ਦੇ ਨਾਲ ਜੇ ਮਨ ਪਤੰਦਰ ਨੂੰ ਬਾਹਰ ਕੱਢਦਾ, ਕੋਈ ਭਗਤੀ, ਕੋਈ ਕੁਛ ਵੀ ਜਿਹੜਾ ਹੈਗਾ ਤੇਰਾ ਸਾਰਥਕ ਨਹੀਂ ਹੈਗਾ। ਜੈਸੇ ਪਾਹਨ ਜਲ ਮੈਂ ਰਾਖਿਓ, ਭੇਦੇ ਨਾਹਿ ਤੇ ਪਾਣੀ, ਤੈਸੇ ਹੀ ਤੁਮ ਤਾਹੇ ਪਛਾਨੋ, ਭਗਤਹੀਨ ਜੋ ਪ੍ਰਾਣੀ। ਜਿਹਨੇ ਆਪਣਾ ਮਨ ਬਾਹਰ ਰੱਖਤਾ ਪਾਏ, ਜਿਹੜਾ ਆਪਣੇ ਮਨ ਨੂੰ ਨਹੀਂ ਦੇਖ ਰਿਹਾ ਪਤੰਦਰ ਨੂੰ, ਕਹਿੰਦੇ ਉਹ ਤਾਂ ਭਗਤੀ ਤੋਂ ਸਖਣਾ ਹੈਗਾ ਪਿਆਰਿਓ। ਉਹ ਜਿਹਾ ਹੈਗਾ, ਉਹ ਕੋਈ ਵੀ ਗਿਆਨ ਲੈ ਲੈ, ਕੋਈ ਪਾਠ ਕਰ ਲੈ, ਕੋਈ ਗਿਆਨ ਲੈ ਲੈ, ਕਿਸੇ ਤੀਰਥ ਕੁਛ ਵੀ ਕਰ ਲੈ ਪਾਏ, ਕਹਿੰਦੇ ਉਹ ਜਿਹੜਾ ਹੈਗਾ ਉਹਦੇ ਅੰਦਰ, ਕਿਉਂ ਮਨ ਤਾਂ ਬਾਹਰ ਹੋ ਗਿਆ ਪਾਏ। ਮਨ ਤਾਂ ਆਟੋ ਪਾਇਲਟ ਤੇ ਲਾ ਗਿਆ ਆਪਾਂ ਨੂੰ, ਆਪਾਂ ਕਰੀ ਜਾ ਰਹੇ, ਨਿਤਨੇਮ ਕਰੀ ਜਾ ਰਹੇ, ਸਾਰਾ ਕੁਝ ਕਰ ਰਹੇ, ਮਨ ਪਤੰਦਰ ਘੁੰਮੀ ਜਾ ਰਿਹਾ ਇੱਧਰ ਉੱਧਰ। ਬਹੁਤ ਸੌਖਾ ਕੰਮ ਹੈ, ਬਹੁਤ ਸੌਖਾ ਕੰਮ ਹੈ। ਜਿੰਨੀਆਂ ਮਰਜ਼ੀ ਰੌਲਾਂ ਲਾ ਲਓ, ਜੋ ਮਰਜ਼ੀ ਕਰ ਲਓ, ਬੜਾ ਸੌਖਾ ਹੈ। ਮਨ ਜਿਹੜਾ ਹੈਗਾ ਬਾਹਰ ਛੁੱਟ ਜਾਂਦਾ, ਮਨ ਨੂੰ ਬਾਹਰ ਰੱਖ ਦਿੰਦੇ ਆਪਾਂ। ਉਹ ਤਾਂ ਮਸ਼ੀਨ ਹੈਗੀ, ਟੇਪ ਰਿਕਾਰਡਰ ਵਾਂਗੂ ਚੱਲ ਰਿਹਾ ਆਪਣੇ ਅੰਦਰ ਆਟੋ ਪਾਇਲਟ ਤੇ। ਲਈਏ ਲੇਟੈਸਟ ਗਿਆਨ, 9ਵੀਂ ਪਾਤਸ਼ਾਹੀ ਦਾ ਗਿਆਨ ਹੈਗਾ ਭਾਈ, 9ਵੀਂ ਪਾਤਸ਼ਾਹੀ ਦਾ ਗਿਆਨ ਹੈ ਭਾਈ। ਨਹੀਂ ਪਾਹਨ ਪੱਥਰ ਜਿਹੜਾ ਨਹੀਂ ਭਿੱਜੂਗਾ, ਤੂੰ ਮਨ ਨੂੰ ਤਾਂ ਬਾਹਰ ਰੱਖਤਾ। ਜੈਸੇ ਪਾਹਨ ਜਲ ਮੈਂ ਰਾਖਿਓ, ਭੇਦੇ ਨਾਹਿ ਤੇ ਪਾਣੀ, ਤੈਸੇ ਹੀ ਤੁਮ ਤਾਹੇ ਪਛਾਨੋ, ਭਗਤਹੀਨ ਜੋ ਪ੍ਰਾਣੀ। ਕਹਿੰਦੇ ਉਸ ਤਰ੍ਹਾਂ ਹੀ ਜਿਹੜਾ ਭਗਤੀ ਤੋਂ ਸਖਣਾ ਹੈ ਭਾਈ, ਉਹਦੇ ਅੰਦਰ ਹੈ ਨਹੀਂ ਮਨ। ਭਗਤੀ ਹੋਣੀ ਮਨ ਦੇ ਨਾਲ ਆ ਪਿਆਰਿਓ, ਭਗਤੀ ਹੋਣੀ ਮਨ ਦੇ ਨਾਲ ਆ। ਕਲ ਮੈਂ ਮੁਕਤ ਨਾਮ ਤੇ ਪਾਵਤ, ਗੁਰੀਏ ਭੇਦ ਬਤਾਵੇ। ਇਹ ਕਲਾ ਦੇ ਯੁੱਗ ਦੇ ਵਿੱਚ ਮੁਕਤੀ ਚਾਹੀਦੀ ਹੈਗੀ, ਕਿਸੇ ਵੀ ਯੁੱਗ ਦੇ ਵਿੱਚ ਮੁਕਤੀ ਚਾਹੀਦੀ ਹੈਗੀ, ਤੇ ਨਾਮ ਦੇ ਨਾਲ ਹੀ ਮੁਕਤੀ ਹੋ ਸਕਦੀ ਹੈ। ਗੁਰੂ ਆ ਭੇਦ ਦੀ ਗੱਲ ਦੱਸ ਰਿਹਾ ਭਾਈ। 9ਵੀਂ ਪਾਤਸ਼ਾਹੀ ਕਹਿ ਰਹੀ ਹੈ, 9ਵੀਂ ਪਾਤਸ਼ਾਹੀ ਕਹਿ ਰਹੀ ਹੈ। ਉਸ ਤੋਂ ਬਾਅਦ ਜਿਹੜਾ ਹੈਗਾ ਗਿਆਨ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। 9ਵੀਂ ਪਾਤਸ਼ਾਹੀ ਸਭ ਤੋਂ ਆਖੀਰ ਦੇ ਵਿੱਚ, 10ਵੀਂ ਪਾਤਸ਼ਾਹੀ ਨੇ ਉਹਨਾਂ ਦੇ ਜਿਹੜੇ ਹੈਗੇ ਇਹ ਸ਼ਬਦ ਜਿਹੜੇ ਐਂਟਰ ਕੀਤੇ ਹੈ। ਕਲ ਮੈਂ ਮੁਕਤ ਨਾਮ ਤੇ ਪਾਵਤ, ਗੁਰੀਏ ਭੇਦ ਬਤਾਵੇ। ਕਹੋ ਨਾਨਕ ਸੋਈ ਨਰ ਗਰੂਆ, ਜੋ ਪ੍ਰਭ ਕੇ ਗੁਣ ਗਾਵੇ। ਕਹਿੰਦੇ ਉਹੀ ਗਰੂਆ ਕਹਿੰਦੇ ਆ, ਬਹੁਤ ਹੀ ਉੱਚਾ ਗਰੂ। ਇਹ ਜਿਹੜੇ ਆਂਧਰਾ ਪ੍ਰਦੇਸ਼ 'ਚ ਗਰੂ ਕਹਿੰਦੇ ਆ। ਗਰੂ ਦਾ ਮਤਲਬ ਹੁੰਦਾ ਵੀ ਬਹੁਤ ਰਿਸਪੈਕਟਡ ਹੈਗੇ, ਬਹੁਤ ਰਿਸਪੈਕਟਡ ਹੈਗਾ। ਉਹ ਜਿਹੜਾ ਪਰਮੇਸ਼ਰ ਦੀ ਭਗਤੀ ਕਰਦਾ ਹੈ ਭਾਈ, ਬਹੁਤ ਰਿਸਪੈਕਟਡ ਹੈ ਜਿਹੜਾ ਪਰਮਾਤਮਾ ਦੇ ਗੁਣ ਗਾਉਣੇ ਆ। ਉਹ ਮਾਲਕ ਪਰਮਾਤਮਾ ਕਿਹੜਾ ਆਪਾਂ ਨੂੰ ਸਾਹਮਣੇ, ਉਹ ਤਾਂ ਪਤਾ ਹੈ ਮਾਲਕ ਪਰਮਾਤਮਾ ਦਾ। ਉਹ ਤਾਂ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ। 3 ਗੁਣਾਂ ਤੋਂ ਤਾਂ ਭਿੰਨ ਆ ਉਹ ਮਾਲਕ ਪਰਮਾਤਮਾ। 3 ਗੁਣਾਂ 'ਚ ਆਪਾਂ ਉਹਦੇ ਗੁਣ ਗਾਉਣਾ ਚਾਹੁੰਦੇ ਹਾਂ। ਉਹ ਮਾਲਕ ਪਰਮਾਤਮਾ ਦੀ ਬੰਦਗੀ ਮੂਰਤੀ ਦੇ ਨਾਲ ਕਰਨਾ ਚਾਹੁੰਦੇ ਹਾਂ, ਹੋਰ ਕਿਸੇ ਤਰੀਕੇ ਦੇ ਨਾਲ ਕਰਨਾ ਚਾਹੁੰਦੇ ਹਾਂ। ਇਸ ਤਰ੍ਹਾਂ ਤਾਂ ਹੋ ਨਹੀਂ ਸਕਦਾ ਭਾਈ। ਉਹ ਤਾਂ 3 ਗੁਣਾਂ ਤੋਂ ਬਾਹਰ ਹੈ ਮਾਲਕ ਪਰਮਾਤਮਾ। ਕਹੋ ਨਾਨਕ ਸੋਈ ਨਰ ਗਰੂਆ, ਜੋ ਪ੍ਰਭ ਕੇ ਗੁਣ ਗਾਵੈ। ਹਾਂਜੀ, ਤੇ 9ਵੀਂ ਪਾਤਸ਼ਾਹੀ ਦੇ ਇਸ ਤੋਂ ਬਾਅਦ ਜਿਹੜਾ ਹੈਗਾ ਪਹਿਲੀ ਪਾਤਸ਼ਾਹੀ ਦੀਆਂ ਅਸ਼ਟਪਦੀਆਂ ਸ਼ੁਰੂ ਹੋਣਗੀਆਂ। ਭੁੱਲਾਂ ਚੁੱਕਾਂ ਦੀ ਖਿਮਾ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਫਤਿਹ ਖਾਲਸਾ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਪਿਆਰੀ ਸਾਥ ਜੀਓ। ਵਾਹਿਗੁਰੂ ਫਤਿਹ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ। ਸਾਰੀ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ। ਸਾਧ ਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿੱਜਰ ਸਾਹਿਬ ਸਾਗਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖੀ ਜੀ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀਵਨ ਬਹੁਤ ਥੋੜਾ ਹੈ ਸੁਖੀ ਜੀ। ਆਪਾਂ ਜੀ ਬਾਜੀ ਚੌਕਸ ਸੰਘਰਸ਼ ਚੱਲਦਾ ਪਿਆ। ਮੈਂ ਕੋਸ਼ਿਸ਼ ਕਰ ਰਿਹਾ ਵੀ ਬੀ ਟੀਮ ਆ ਜਾਵੇ। ਬਸ ਬਿਲਕੁਲ ਸਹੀ ਗੱਲ। ਤੁਹਾਡਾ ਅਸਰ ਹੈਗਾ ਜੀ। ਅਸਰ ਹੈਗਾ। ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਉਹ ਮੈਂ ਬੈਠੇ ਮਾਈਂਡ 'ਚ ਚੱਲ ਰਿਹਾ ਸੀ ਕਿ ਵੀ ਉਹ ਕਹਿੰਦੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਤੋ ਜਿਹੜਾ ਚੀਜ਼ ਵਿਸਰਾਮ ਅਵਸਥਾ 'ਚ ਹੈ ਉਹ ਫਿਰ ਤਾਂ ਹੀ ਉਹ ਵਿਰੋਧ ਨਾਲ ਲਿੰਕ ਕਰੀਏ ਜੇ ਆਪਾਂ ਕਹਿੰਦੇ ਮਨ ਮੇਰੋ ਧਾਵਨ ਤੇ ਛੁੱਟਿਓ ਕਰ ਬੈਠੋ ਵਿਸਰਾਮ। ਇਹਦਾ ਮਤਲਬ ਸੇਮ ਫ੍ਰੀਕੁਐਂਸੀ ਤੇ ਆਉਣਾ ਹੀ ਪੈਣਾ। ਬਿਲਕੁਲ ਆਉਣਾ ਪੈਣਾ। ਵਿਸਰਾਮ 'ਚ ਜਿੰਨੀ ਦੇਰ ਨਹੀਂ ਆਏਗਾ ਉਨੀ ਦੇਰ ਵਿਸਰਾਮ ਨੂੰ ਨਹੀਂ ਫੜ ਸਕਦੇ। ਬਿਲਕੁਲ ਬਸ ਇਹ ਮੈਂ ਇਹੀ ਕਹਿਣਾ ਸੀ। ਬਸ ਪਤਾ ਨਹੀਂ ਕਿੱਥੋਂ ਆ ਰਿਹਾ ਸੀ ਮਾਈਂਡ 'ਚ। ਮੈਂ ਕਿਹਾ ਕੋਈ ਗੱਲ ਤਾਂ ਉਹ ਬਿਲਕੁਲ ਕਲੀਅਰ ਹੈ। ਜਿਹੜੀ ਚੀਜ਼ ਟਰਾਂਸਮਿਸ਼ਨ ਜਾਂ ਰਿਸੀਵਰ ਦੀ ਗੱਲ ਆ ਜਾਂਦੀ ਹੈ ਉਹ ਸੇਮ ਫ੍ਰੀਕੁਐਂਸੀ ਨੂੰ ਫੜ ਸਕਦੀ ਹੈ। ਗੁਰੂ ਸਾਹਿਬ ਕਹਿ ਰਹੇ ਸੁਣੀ ਸਰ ਨਾਮ ਦਾ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਉਹ ਤੇਰੇ ਅੰਦਰ ਹੀ ਹੈ ਔਰ ਉਹ ਵਿਸਰਾਮ ਅਵਸਥਾ 'ਚ। ਬਸ ਉਹ ਜਿਹੜਾ ਵਿਸਰਾਮ ਮਨ ਨੂੰ ਵਿਸਰਾਮ ਕਰਕੇ ਉੱਥੇ ਪਹੁੰਚੇ। ਔਰ ਜੀ ਪੰਜਾਂ ਤੱਤਾਂ ਦੀ ਰਚਨਾ ਜਿਹੜੀ ਹੈਗੀ ਉਹ ਗਤੀ ਹੈਗੀ ਆ। ਬਸ ਉਹ ਗਤੀ ਹੈਗੀ ਆ। ਹਾਂ ਉੱਥੋਂ ਹੀ ਵਿਸਰਾਮ ਕਰਨਾ ਹੈ ਜੀ। ਵਾਹਿਗੁਰੂ ਜਿਹੜੀ ਗੂੰਜ ਆ ਵਾਹਿਗੁਰੂ ਦੀ ਇਹੀ ਜਿਹੜੀ ਹੈਗੀ ਆ ਉਹ ਧੁਨ ਦੇ ਨਾਲ ਅਟੈਚ ਹੋ ਜਾਂਦੀ ਹੈ ਜਾ ਕੇ। ਬਸ ਇਹਦੇ ਨਾਲ ਵਾਹਿਗੁਰੂ ਬੋਲਦੇ ਆ। ਇਹ ਗੂੰਜ ਇਹ ਧੁਨ ਉਸ ਧੁਨ ਦੇ ਨਾਲ ਬਸ ਉੱਥੇ ਚੁੱਪ ਹੋ ਜਾਣਾ ਹੈ ਆਪਾਂ ਨੇ। ਜਿਹੜਾ ਮਰਜੀ ਕੋਈ ਹਿੰਦੂ ਮੁਸਲਮਾਨ ਸਿੱਖ ਜਿਹੜਾ ਵੀ ਹੈਗਾ ਭਾਈ ਅੱਲਾਹੂ